ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਕੈਂਪ ਦੇ ਵਿੱਚ ਸਭ ਦਾ ਸਵਾਗਤ ਹੈ ਜੀ। ਸਾਡੇ ਨਾਲ ਇਸ ਵੇਲੇ ਤਕਰੀਬਨ 150 ਵਿਦਿਆਰਥੀ ਜੁੜ ਬੈਠੇ ਨੇ। ਸੋ ਅੱਜ ਦੇ ਕੈਂਪ ਦੀ ਸ਼ੁਰੂਆਤ ਅਸੀਂ ਕਰਦੇ ਹਾਂ ਜੀ। ਅੱਜ ਦੇ ਕੈਂਪ ਦੀ ਸ਼ੁਰੂਆਤ ਕਰਨਗੇ ਅਨਮੋਲਦੀਪ ਕੌਰ ਜੀ ਮੋਗਾ ਤੋਂ, EPP ਨੰਬਰ 16018, ਜੋ ਕਿ ਜਾਪ ਦੀ ਸੇਵਾ ਤੋਂ ਆਰੰਭ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ ਅਨਮੋਲਦੀਪ ਕੌਰ ਜੀ ਦਾ, ਤੇ ਨਾਲ ਉਹਨਾਂ ਦੇ ਲਿਖਿਆ ਦਾਦੀ ਜੀ ਨੇ, ਬ੍ਰਦਰ ਨੇ। ਬਹੁਤ ਧੰਨਵਾਦ ਜੀ ਸਾਰਿਆਂ ਦਾ। ਸੋ ਆਪਾਂ ਹੁਣ ਆਪਣੇ ਸੈਸ਼ਨ ਵੱਲ ਵਧਦੇ ਹਾਂ। ਅੱਜ ਦਾ ਪਹਿਲਾ ਸੈਸ਼ਨ ਰਸ਼ਦੀਪ ਸਿੰਘ ਜੀ EPP ਨੰਬਰ 12459 ਲੈਣਗੇ ਜੀ, ਔਰ ਇਹਨਾਂ ਦਾ ਵਿਸ਼ਾ ਰਹੇਗਾ ਭੱਟ ਸਾਹਿਬਾਨ ਜੀਵਨ ਅਤੇ ਬਾਣੀ। ਲਖਵੀਰ ਸਿੰਘ ਜੀ ਕਿਰਪਾ ਕਰਕੇ ਹੈਂਡ ਰੇਜ਼ ਕਰਨਾ ਔਰ ਆਪਣੀ ਵੀਡੀਓ ਨੂੰ ਔਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ EPP ਨੰਬਰ 12459 ਹੈ ਅਤੇ ਮੇਰਾ ਨਾਮ ਰਸ਼ਦੀਪ ਸਿੰਘ ਹੈ ਅਤੇ ਮੈਂ ਲੁਧਿਆਣਾ ਜ਼ੋਨ ਤੋਂ YC ਸਰਬਜੀਤ ਸਿੰਘ ਜੀ ਦਾ ਵਿਦਿਆਰਥੀ ਹਾਂ। ਅਤੇ ਜੋ ਮੇਰਾ ਅੱਜ ਦਾ ਵਿਸ਼ਾ ਹੈ ਉਹ ਭੱਟ ਸਾਹਿਬਾਨ ਜੀ ਦਾ ਜੀਵਨ ਅਤੇ ਬਾਣੀ ਦੇ ਉੱਤੇ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 35 ਬਾਣੀਕਾਰਾਂ ਦੀ ਜੋ ਬਾਣੀ ਦਰਜ ਹੈ, ਜਿਸ ਵਿੱਚੋਂ 6 ਗੁਰੂ ਸਾਹਿਬਾਨ ਜੀ ਦੀ ਬਾਣੀ ਦਰਜ ਹੈ, 15 ਭਗਤ ਸਾਹਿਬਾਨਾਂ ਦੀ ਬਾਣੀ ਦਰਜ ਹੈ, 11 ਭੱਟ ਸਾਹਿਬਾਨਾਂ ਦੀ ਬਾਣੀ ਦਰਜ ਹੈ ਅਤੇ 3 ਗੁਰਸਿੱਖ ਸਾਹਿਬਾਨਾਂ ਦੀ ਬਾਣੀ ਦਰਜ ਹੈ। ਅਤੇ ਮੈਂ ਆਪ ਜੀ ਨਾਲ ਜੋ ਅੱਜ ਵਿਚਾਰ ਵਟਾਂਦਰਾ ਕਰਨ ਜਾ ਰਿਹਾ ਹਾਂ ਉਹ ਭੱਟ ਸਾਹਿਬਾਨ ਜੀ ਦਾ ਜੀਵਨ ਅਤੇ ਬਾਣੀ ਉੱਤੇ ਕਰਨ ਜਾ ਰਹੇ ਹਾਂ ਕਿ ਕਿੰਨੀ ਹੈ ਬਾਣੀ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭੱਟ ਸਾਹਿਬਾਨ ਜੀ ਦੀ ਦਰਜ ਹੈ। ਪਹਿਲਾਂ ਅਸੀਂ ਇਹ ਜਾਣ ਲਈਏ ਕਿ ਜੋ ਭੱਟ ਸ਼ਬਦ ਹੈ, ਭੱਟ ਸ਼ਬਦ ਦੇ ਅੱਖਰੀ ਅਰਥ ਕੀ ਹਨ। ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਜੀ ਨਾਭਾ ਜੀ ਨੇ 2 ਸ਼ਬਦੀ ਅਰਥ ਕੀਤੇ ਹਨ। ਪਹਿਲਾ ਜੋ ਅਰਥ ਕੀਤਾ ਹੈ ਭੱਟ ਦਾ, ਉਹ ਇਹ ਕੀਤਾ ਹੈ ਕਿ ਉਹ ਮਰਾਠਾ ਸਾਮਰਾਜ ਦੇ ਵਿੱਚ ਰਾਜ ਦਰਬਾਰਾਂ ਦੇ ਵਿੱਚ ਕੰਮ ਕਰਦੇ ਸਨ। ਇਹ ਭਾਵ ਕਿ ਜੋ ਇਹ ਭੱਟ ਸਾਹਿਬਾਨ ਸਨ, ਇਹਨਾਂ ਦਾ ਇਹ ਪਿਛੋਕੜ ਹੈ। ਅਤੇ ਦੂਜਾ ਅਰਥ ਜੋ ਕੀਤਾ ਹੈ ਕਿ ਉਹ ਸਿੱਖ ਰਾਜ ਦੇ ਵਿੱਚ ਦਰਬਾਰ ਦੇ ਵਿੱਚ ਸਿੱਖ ਕਵੀ ਹੋਏ ਹਨ, ਜਿਨ੍ਹਾਂ ਨੇ ਭੱਟ ਸਾਹਿਬਾਨ ਹੋਏ ਹਨ, ਜਿਨ੍ਹਾਂ ਦੀ ਬਾਣੀ ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਗਈ। ਅਤੇ ਇਹ ਤੱਥ ਮੰਨਿਆ ਜਾਂਦਾ ਹੈ ਕਿ ਜੋ ਭੱਟ ਸਾਹਿਬਾਨ ਸਨ ਉਹ ਸਾਰੇ ਦੇ ਸਾਰੇ 11 ਭੱਟ ਸਾਹਿਬਾਨ ਪੰਜਾਬ ਦੇ ਨਾਲ ਸੰਬੰਧਿਤ ਸਨ, ਪੰਜਾਬ ਦੇ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਸਨ।
ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨੇ ਵਿੱਚ ਨੌਕਰੀ ਕੀਤੀ। ਜੋ ਭੱਟ ਸਾਹਿਬਾਨ ਸਨ ਉਹ ਰਾਜ ਦਰਬਾਰਾਂ ਦੇ ਵਿੱਚ ਉਹਨਾਂ ਦਾ ਜੋ ਕੰਮ ਸੀ, ਜੋ ਪੇਸ਼ਾ ਸੀ, ਉਹ ਸੀ ਵਾਰਾਂ ਗਾਇਨ ਕਰਨਾ, ਕਵਿਤਾਵਾਂ ਗਾਇਨ ਕਰਨਾ ਅਤੇ ਉਹਨਾਂ ਨੂੰ ਲਿਖਣਾ ਵੀ ਸੀ। ਵਾਰਾਂ ਉਸ ਸਮੇਂ ਜੋ ਯੁੱਧ ਹੁੰਦੇ ਸੀ, ਜੰਗਾਂ ਹੁੰਦੀਆਂ ਸੀ, ਉਸ ਸਮੇਂ ਜੋ ਵਾਰਾਂ ਗਾਈਆਂ ਜਾਂਦੀਆਂ ਸੀ, ਉਸ ਸਮੇਂ ਜੋ ਵਾਰਾਂ ਗਾਈਆਂ ਜਾਂਦੀਆਂ ਸੀ, ਉਹਨਾਂ ਦਾ ਜੋ ਮੁੱਖ ਮਕਸਦ ਸੀ ਉਹ ਇਹ ਸੀ ਕਿ ਜੋ ਸੂਰਬੀਰ ਯੋਧੇ ਜੰਗਾਂ ਦੇ ਵਿੱਚ, ਯੁੱਧਾਂ ਦੇ ਵਿੱਚ ਲੜ ਰਹੇ ਨੇ, ਉਹਨਾਂ ਦੇ ਵਿੱਚ ਉਤਸ਼ਾਹ ਭਰਿਆ ਜਾਵੇ, ਉਹਨਾਂ ਨੂੰ ਵਾਰਾਂ ਸੁਣਾਈਆਂ ਜਾਣ ਤਾਂ ਕਿ ਉਹ ਆਪਣੇ ਦੁਸ਼ਮਣਾਂ ਨਾਲ ਟਾਕਰਾ ਲੈ ਸਕਣ। ਤਾਂ ਭੱਟ ਸਾਹਿਬਾਨ ਉਸ ਸਮੇਂ ਰਾਜ ਦਰਬਾਰਾਂ ਦੇ ਵਿੱਚ ਵਾਰਾਂ ਲਿਖਦੇ ਅਤੇ ਉਹਨਾਂ ਨੂੰ ਗਾਉਂਦੇ ਸਨ ਅਤੇ ਰਾਜਿਆਂ ਦੀ ਖੁਸ਼ੀ ਪ੍ਰਾਪਤ ਕਰਦੇ। ਜੋ ਵਾਰ ਹੈ, ਵਾਰ ਦਾ ਅੱਖਰੀ ਅਰਥ ਜੇ ਅਸੀਂ ਦੇਖੀਏ, ਵਾਰ ਦੇ ਅੱਖਰੀ ਅਰਥ ਹਨ ਹਮਲਾ ਕਰਨਾ ਜਾਂ ਰੋਕਣਾ। ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਵਾਰਾਂ ਦਰਜ ਹਨ, ਪਰ ਜੋ ਉਸ ਸਮੇਂ ਵਾਰਾਂ ਗਾਈਆਂ ਜਾਂਦੀਆਂ ਸਨ ਉਹਨਾਂ ਦਾ ਜੋ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਾਰਾਂ ਦਰਜ ਹਨ ਉਹਨਾਂ ਦਾ ਬਹੁਤ ਜੋ ਕਹਿ ਲਈਏ ਅਸੀਂ ਕਿ ਡਿਫਰੈਂਟ ਹੈ, ਭਾਵ ਕਿ ਵੱਖਰਾ ਅੰਦਾਜ਼ ਹੈ। ਉਸ ਸਮੇਂ ਜੋ ਵਾਰਾਂ ਗਾਈਆਂ ਜਾਂਦੀਆਂ ਸਨ ਉਹਨਾਂ ਦਾ ਜੋ ਸਮਾਜਿਕ ਵਾਰਾਂ ਸਨ ਅਤੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਸਾ ਕੀ ਵਾਰ ਹੈ, ਗੁਜਰੀ ਕੀ ਵਾਰ ਹੈ, ਬਿਲਾਵਲ ਕੀ ਵਾਰ, ਗੌੜੀ ਕੀ ਵਾਰ ਹੈ, ਉਹਨਾਂ ਦਾ ਜੋ ਵਿਸ਼ਾ ਹੈ ਉਹ ਅਧਿਆਤਮਿਕ ਵਿਸ਼ਾ ਹੈ। ਸੋ ਹੁਣ ਆਪਣੇ ਵਿਸ਼ੇ ਵੱਲ ਵਧੀਏ ਕਿ ਜੋ ਸਾਡਾ ਵਿਸ਼ਾ ਭੱਟ ਸਾਹਿਬਾਨ ਸਨ ਉਹ ਰਾਜ ਦਰਬਾਰਾਂ ਦੇ ਵਿੱਚ ਵਾਰਾਂ ਗਾਉਂਦੇ ਸੀ, ਕਵਿਤਾਵਾਂ ਗਾਉਂਦੇ ਸੀ, ਲਿਖਦੇ ਸੀ। ਅਤੇ ਭਾਈ ਕਾਹਨ ਸਿੰਘ ਜੀ ਨਾਭਾ ਇਹ ਦੱਸਦੇ ਹਨ ਕਿ ਜੋ ਭੱਟ ਸਾਹਿਬਾਨ ਹੋਏ ਹਨ ਉਹ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਉਹ ਭਗੀਰਥ ਨਾਥ ਦੀ 9ਵੀਂ ਪੀੜ੍ਹੀ ਦੇ ਵਿੱਚੋਂ ਦਰਜ ਹੋਏ ਹਨ। ਅਸੀਂ ਜੇ ਦੇਖੀਏ ਤਾਂ ਅੱਜ ਵੀ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਭੱਟ ਸਾਹਿਬਾਨ ਦੇ ਸਵਈਏ ਹਨ ਜੋ ਗਾਏ ਜਾਂਦੇ ਹਨ ਅਤੇ ਜੋ ਸਵਈਏ ਪ੍ਰੇਮੀ ਜਨ ਜੋ ਗਾਉਂਦੇ ਹਨ ਉਸ ਸਮੇਂ ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਜੋ ਪ੍ਰੇਮੀ ਜਨ ਇੱਕ ਇੱਕ ਕਰ ਸਵਈਏ ਗਾਉਂਦੇ ਹਨ ਉਹ ਭੱਟ ਸਾਹਿਬਾਨ ਜੀ ਦੀ ਵੰਸ਼ ਵਿੱਚੋਂ ਹੀ ਹਨ। ਸੋ ਅਸੀਂ ਪਹਿਲੇ ਭੱਟ ਸਾਹਿਬਾਨ ਹੋਏ ਹਨ ਜੋ ਭੱਟ ਕੱਲ ਜੀ ਹੋਏ ਹਨ, ਜਿਨ੍ਹਾਂ ਦੇ ਜੋ 54 ਸਵਈਏ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ, ਜਿਨ੍ਹਾਂ ਦਾ ਨਾਮ ਭੱਟ ਟਲ ਵੀ ਹੈ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ। ਇਸ ਤੋਂ ਇਹ ਸ਼ਬਦ ਜੋ ਪੰਕਤੀ ਹੈ ਇਸ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਇਸ ਵਿੱਚ ਜੋ ਸੋ ਕਹੋ ਟਲ, ਜੋ ਟਲ ਇੱਥੇ ਸ਼ਬਦ ਆਇਆ ਹੈ ਇਸ ਦਾ ਜੋ ਅਰਥ ਹੈ ਕਿ ਭਾਵ ਕਿ ਜੋ ਭੱਟ ਕੱਲ ਜੀ ਸਨ ਉਹਨਾਂ ਦਾ ਇੱਕ ਹੋਰ ਨਾਮ ਸੀ ਜੋ ਕਿ ਭੱਟ ਟਲ ਸੀ। ਇਸ ਤਰ੍ਹਾਂ ਭੱਟ ਕੱਲ ਜੀ ਦੇ ਜੋ ਹਨ 54 ਸਵਈਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਅਤੇ ਉਸ ਤੋਂ ਬਾਅਦ ਹਨ ਭੱਟ ਜਾਲਪ ਜੀ। ਭੱਟ ਜਾਲਪ ਜੀ ਦੇ 5 ਸਵਈਏ ਹਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਅਤੇ ਜੋ ਭੱਟ ਭਿਖਾ ਜੀ ਹਨ, ਭੱਟ ਭਿਖਾ ਜੀ ਸ਼੍ਰੀ ਗੁਰੂ ਅਮਰਦਾਸ ਜੀ ਤੋਂ ਵੇਲੇ ਤੋਂ ਲੈ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਤੱਕ ਜੀਵਿਤ ਰਹੇ ਅਤੇ ਉਹਨਾਂ ਦੀ ਜੋ ਬਾਣੀ ਹੈ, ਉਹਨਾਂ ਦੇ ਜੋ ਸਵਈਏ ਹਨ, ਜੋ ਸਵਈਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਦੀ ਜੋ ਦਰਜ ਹਨ ਉਹ 2 ਸਵਈਏ ਹਨ ਜੋ ਉਹਨਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਉਸ ਤੋਂ ਉਪਰੰਤ ਭੱਟ ਕੀਰਤ ਜੀ ਹਨ। ਭੱਟ ਕੀਰਤ ਜੀ ਭੱਟ ਭਿਖਾ ਜੀ ਦੇ ਪੁੱਤਰ ਹਨ ਜੋ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਉਹਨਾਂ ਦੀ ਸੈਨਾ ਦੇ ਵਿੱਚ ਸ਼ਹੀਦ ਹੋਏ ਸਨ। ਭੱਟ ਕੀਰਤ ਜੀ ਹਨ ਜੋ ਭੱਟ ਕੀਰਤ ਜੀ ਦੀ 8 ਸਵਈਏ ਹਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਅਤੇ 2 ਭੱਟ ਸਾਹਿਬਾਨ ਇਹੋ ਜਿਹੇ ਹੋਏ ਹਨ, ਭੱਟ ਜਾਲਪ ਜੀ ਅਤੇ ਭੱਟ ਕੀਰਤ ਜੀ, ਜੋ ਕਿ ਸ਼ਹੀਦ ਹੋਏ ਹਨ। ਅਸੀਂ ਆਪਣੀ ਗਿਆਨ ਗੋਲਕ ਦੇ ਵਿੱਚ ਲਿਖ ਲਈਏ ਕਿ ਜੇ ਸਾਨੂੰ ਕੋਈ ਪੁੱਛੇ ਕਿ ਕਿਹੜੇ ਭੱਟ ਸਾਹਿਬਾਨ ਹਨ ਜੋ ਕਿ ਸ਼ਹੀਦ ਹੋਏ ਹਨ, ਸੋ ਭੱਟ ਜਾਲਪ ਜੀ ਅਤੇ ਭੱਟ ਕੀਰਤ ਜੀ ਹਨ ਜੋ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਉਹਨਾਂ ਦੀ ਸੈਨਾ ਦੇ ਵਿੱਚ ਸਿਪਾਹੀ ਭਰਤੀ ਹੋਏ ਅਤੇ ਉਹਨਾਂ ਦੇ ਨਾਲ ਦੁਸ਼ਮਣਾਂ ਦੇ ਨਾਲ ਟਾਕਰਾ ਕਰਦੇ ਹੋਏ ਸ਼ਹੀਦ ਹੋਏ। ਅਤੇ ਭੱਟ ਸੱਲ ਜੀ ਦੇ 3 ਸਵਈਏ ਹਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਅਤੇ ਭੱਟ ਭੱਲ ਜੀ ਦਾ 1 ਸਵਈਆ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਉਸ ਤੋਂ ਉਪਰੰਤ ਭੱਟ ਗਿਆੰਦ ਜੀ ਹਨ। ਭੱਟ ਗਿਆੰਦ ਜੀ ਦੇ 13 ਸਵਈਏ ਹਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਅਤੇ ਭੱਟ ਮਥੁਰਾ ਜੀ ਦੇ 14, ਭੱਟ ਬੱਲ ਜੀ ਦੇ 5 ਸਵਈਏ ਅਤੇ ਭੱਟ ਹਰਬੰਸ ਜੀ ਦੇ 2 ਸਵਈਏ ਹਨ। ਅਸੀਂ ਜੇ ਹੁਣ ਇਹਨਾਂ ਦਾ ਜੋੜ ਦੇਖੀਏ ਤਾਂ ਟੋਟਲ 123 ਸਵਈਏ ਹਨ ਜੋ ਭੱਟ ਸਾਹਿਬਾਨਾਂ ਨੇ ਜੋ ਭੱਟ ਸਾਹਿਬਾਨ ਸਨ ਉਹਨਾਂ ਨੇ ਗੁਰੂ
ਗਾਏ ਜਾਂਦੇ ਹਨ। ਇਸ ਤਰ੍ਹਾਂ ਜੋ ਭੱਟ ਸਾਹਿਬਾਨਾਂ ਨੇ ਗੁਰੂ ਸਾਹਿਬ ਜੀ ਦੀ ਉਸਤਤ ਵਿੱਚ ਸਵਈਏ ਰਚੇ, ਭਾਵ ਕਿ ਉਹਨਾਂ ਦਾ ਜੋ ਮਕਸਦ ਸੀ ਉਹ ਗੁਰੂ ਸਿਧਾਂਤਾਂ ਦੀ ਵਿਆਖਿਆ ਕਰਨਾ ਨਹੀਂ, ਸਗੋਂ ਗੁਰੂ ਸਾਹਿਬਾਨ ਪ੍ਰਤੀ ਉਹਨਾਂ ਨੇ ਸਤਿਕਾਰ ਕੀਤਾ, ਪ੍ਰਗਟ ਕੀਤਾ। ਅਤੇ ਜਦੋਂ ਗੁਰੂ ਸਾਹਿਬਾਨ ਗੁਰੂ ਅਰਜਨ ਦੇਵ ਜੀ ਕੋਲ ਭੱਟ ਕੱਲ ਜੀ ਦੀ ਅਗਵਾਈ ਦੇ ਵਿੱਚ ਸਾਰੇ ਭੱਟ ਸਾਹਿਬਾਨ ਇਕੱਠੇ ਹੋ ਕੇ ਜਾਂਦੇ ਹਨ, ਤਾਂ ਉਹਨਾਂ ਦੀ ਜੋ ਬਾਣੀ ਹੈ, ਸਵਈਏ ਹਨ, ਜੋ 123 ਸਵਈਏ ਹਨ, ਪਹਿਲੇ 5 ਗੁਰੂ ਸਾਹਿਬਾਨਾਂ ਦੀ ਉਸਤਤ ਵਿੱਚ ਰਚੇ ਹੋਏ, ਉਹ ਆਦਿ ਗ੍ਰੰਥ ਦੇ ਵਿੱਚ ਦਰਜ ਕਰ ਲਏ ਜਾਂਦੇ ਹਨ। ਸੋ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਵਡਮੁੱਲੀ ਜਾਣਕਾਰੀ ਇਹਨਾਂ ਨੇ ਦਿੱਤੀ ਹੈ ਸਾਨੂੰ ਭੱਟ ਸਾਹਿਬਾਨਾਂ ਬਾਰੇ। ਬਹੁਤ ਧੰਨਵਾਦ ਇਹਨਾਂ ਦੇ ਟੀਚਰ ਦਾ, ਜਿਨ੍ਹਾਂ ਨੇ ਇਹਨਾਂ ਨੂੰ ਇਹ ਤਿਆਰੀ ਕਰਵਾਈ ਹੈ। ਸੋ ਹੁਣ ਸਾਰੇ ਵਿਦਿਆਰਥੀ ਜ਼ਰੂਰ ਨੋਟ ਕਰਨ ਜੀ, 11 ਭੱਟ ਸਾਹਿਬਾਨ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਔਰ ਉਹਨਾਂ ਭੱਟਾਂ ਦੇ ਜਿਹੜੇ ਸਵਈਏ ਨੇ, ਉਸ ਦਿਨ ਵੀ ਆਪਾਂ ਗੱਲ ਕੀਤੀ ਸੀ ਕਿ ਇਹ ਜਿਹੜੇ ਸਵਈਏ ਨੇ, ਇਹ ਰੋਜ਼ ਜਦੋਂ ਵੀ ਦਰਬਾਰ ਸਾਹਿਬ ਪ੍ਰਕਾਸ਼ ਦੀ ਸੇਵਾ ਹੁੰਦੀ ਹੈ, ਉਦੋਂ ਜਿਹੜੇ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਉਦੋਂ ਜਿਹੜੇ ਪ੍ਰੇਮੀ ਨੇ ਉੱਥੇ ਨਾਲ ਖੜੇ ਹੋ ਕੇ ਇਹਨਾਂ ਸਵਈਆਂ ਦਾ ਨਾਲ ਇਹ ਗਾਇਨ ਕਰਦੇ ਨੇ। ਗਾਇਨ ਨਹੀਂ ਕਰਦੇ, ਮਤਲਬ ਉੱਥੇ ਬੋਲਦੇ ਨੇ, ਨਾਲ ਉਹਨਾਂ ਦਾ ਉਚਾਰਨ ਕਰਦੇ ਨੇ, ਅਤੇ ਉਸ ਦੌਰਾਨ ਪ੍ਰਕਾਸ਼ ਦੀ ਸੇਵਾ ਜਿਹੜੀ ਹੈ ਉਹ ਹੁੰਦੀ ਹੈ। ਸੋ ਬਹੁਤ ਧੰਨਵਾਦ ਇਹਨਾਂ ਦਾ। ਸੋ ਹੁਣ ਸਾਡੇ ਕੋਲ ਅੰਮ੍ਰਿਤਲੀਨ ਕੌਰ ਜੀ ਜੇ ਜੁੜ ਚੁੱਕੇ ਨੇ, ਕਿਰਪਾ ਕਰਕੇ ਹੈਂਡ ਰੇਜ਼ ਕਰਨ ਜੀ। ਅੰਮ੍ਰਿਤਲੀਨ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰੀ ਜੀ ਗੁਰੂ ਸਾਹਿਬ ਜੀ ਦੀ ਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ, ਐਜੂਕੇਟ ਪੰਜਾਬ ਦੀ ਟੀਮ ਦਾ, ਜਸਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਨੇ ਸੇਵਾ ਬਖਸ਼ੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਜੋ ਸੇਵਾ ਬਖਸ਼ੀ ਗੁਰੂ ਸਾਹਿਬ ਆਪ ਕਰਾਉਣ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ, ਪਾਲੈ ਅਕਿਰਤ ਘਣਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਆਪ ਜੀ ਅੱਗੇ ਸਕਰੀਨ ਸ਼ੇਅਰਿੰਗ ਕਰਨ ਜਾ ਰਹੀ ਹਾਂ ਜੀ। ਸੰਗਤ ਜੀ, ਆਪ ਜੀ ਨੂੰ ਬੇਨਤੀ ਕਿ ਆਪ ਜੀ ਐਕਟ ਦੇ ਵਿੱਚ ਐਕਟਿਵਲੀ ਪਾਰਟਿਸਿਪੇਟ ਕਰਨਾ ਜੀ। ਸਕਰੀਨ ਸ਼ੇਅਰਿੰਗ ਕਰ ਰਹੀ ਹਾਂ ਜੀ। ਟੋਡ ਮੈਜਿਕ, ਜਿਵੇਂ ਕਿ ਸੰਗਤ ਵਿੱਚ ਕਈ ਪ੍ਰਾਣੀ ਜਾਣਦੇ ਹੋਣਗੇ ਕਿ ਟੋਡ ਮੈਜਿਕ ਦਾ ਮਤਲਬ ਕੀ ਹੈ, ਤਾਂ ਵੀ ਮੈਂ ਆਪ ਜੀ ਨੂੰ ਇੱਕ ਵਾਰੀ ਦੱਸਣਾ ਚਾਹਾਂਗੀ ਜੀ। ਟੋਡ ਮੈਜਿਕ ਤੋਂ ਭਾਵ, ਟੋਡ ਦਾ ਮਤਲਬ ਥॉट ऑफ द डे, मैजिक ਦਾ ਮਤਲਬ ਹੈ ਜੀ M for meaning, A for anecdote, G for ਗੁਰਬਾਣੀ, I for improvement, C for creativity। meaning ਦਾ ਮਤਲਬ ਅਰਥ, anecdote ਦਾ ਮਤਲਬ experience, ਗੁਰਬਾਣੀ ਆਪ ਜੀ ਜਾਣਦੇ ਹੋ, thought related ਕੋਈ ਵੀ ਗੁਰਬਾਣੀ ਫਰਮਾਨ, improvement ਅਗਰ ਆਪ ਜੀ thought ਦੇ ਵਿੱਚ ਕੋਈ improvement ਕਰਨਾ ਚਾਹੋ, creativity ਆਪ ਜੀ ਆਪਣੇ ਵਿਚਾਰ ਸ਼ੇਅਰ ਕਰ ਸਕਦੇ ਹੋ। So now let's move on to the third slide ਜੀ। So today's thought of the day is, in the end we only regret the chances we didn't take। ਇਹਦਾ ਮਤਲਬ ਹੈ ਜੀ ਸਾਡਾ ਫਰਸਟ ਮੀਨਿੰਗ ਰਾਉਂਡ। ਇਹਦਾ ਮਤਲਬ ਹੈ ਜੀ ਕਿ ਅੰਤ ਦੇ ਵਿੱਚ ਸਾਨੂੰ ਸਿਰਫ ਔਰ ਸਿਰਫ ਪਛਤਾਵਾ ਹੀ ਹੋਏਗਾ ਜੋ ਚਾਂਸਸ ਸਾਨੂੰ ਸਾਡੀ ਲਾਈਫ ਦੇ ਵਿੱਚ ਮਿਲੇ, ਜਿਨ੍ਹਾਂ ਨੂੰ ਅਸੀਂ ਯੂਜ਼ ਨਹੀਂ ਕੀਤਾ। ਇਸ ਲਈ ਸੰਗਤ ਜੀ, ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਸਾਡੀ ਲਾਈਫ 'ਚ ਜੋ ਵੀ ਚਾਂਸ ਮਿਲੇ, ਭਾਵੇਂ ਛੋਟੀ ਵੱਡੀ, ਸਾਨੂੰ ਉਹਨੂੰ ਪੋਜ਼ਿਟਿਵ ਵੇ ਨਾਲ ਗੁਰੂ ਸਾਹਿਬ ਜੀ ਦੇ ਰਾਹ ਤੇ ਚੱਲ ਕੇ, ਗੁਰੂ ਸਾਹਿਬ ਜੀ ਦੇ ਪ੍ਰਸਪੈਕਟਿਵ ਦੇ ਨਾਲ ਉਹਨੂੰ ਯੂਜ਼ ਕਰਨਾ ਚਾਹੀਦਾ ਹੈ ਜੀ। ਤੇ ਅਗਰ ਅਸੀਂ ਇਸ ਥਾਟ ਨੂੰ ਗੁਰਬਾਣੀ ਵੇ ਨਾਲ ਵੇਖੀਏ, ਤੇ ਜੋ ਚਾਂਸ ਦਾ ਮਤਲਬ, ਗੁਰੂ ਸਾਹਿਬ ਜੀ ਨੇ ਸਾਨੂੰ ਮਨੁੱਖਾ ਜਨਮ ਇੱਕ ਚਾਂਸ ਦੇ ਰੂਪ ਦੇ ਵਿੱਚ ਦਿੱਤਾ ਹੈ। ਅਗਰ ਅਸੀਂ ਨਾਮ ਜਪ ਕੇ ਅਸੀਂ ਮਨੁੱਖਾ ਜਨਮ ਸਫਲਾ ਨਹੀਂ ਕਰਾਂਗੇ, ਤੇ ਸਾਨੂੰ ਅੰਤ ਦੇ ਵਿੱਚ ਸਿਰਫ ਔਰ ਸਿਰਫ ਪਛਤਾਵਾ ਹੀ ਹੋਏਗਾ ਜੀ। ਤੇ ਸਾਡਾ ਸੈਕੰਡ ਰਾਉਂਡ ਹੈ ਜੀ ਐਕਸਪੀਰੀਅੰਸ ਰਾਉਂਡ। ਇਹਦੇ ਵਿੱਚ ਸੰਗਤ ਜੀ, ਮੈਂ ਆਪ ਜੀ ਨਾਲ ਆਪਣਾ ਇੱਕ ਐਕਸਪੀਰੀਅੰਸ ਸ਼ੇਅਰ ਕਰਨਾ ਚਾਹਾਂਗੀ ਜੀ, ਜੋ ਕਿ ਮੈਂ ਆਬਜ਼ਰਵ ਕੀਤਾ। ਸਭ ਨੇ ਵੀ ਧਿਆਨ ਦਿੱਤਾ ਹੋਏਗਾ ਕਿ ਜਿਹੜੇ ਉਹ ਬੱਚੇ ਹੁੰਦੇ ਹੈ ਜੋ ਡੇਲੀ ਆਪਣਾ ਸਕੂਲ ਦਾ ਹੋਮਵਰਕ ਨਹੀਂ ਕੰਪਲੀਟ ਕਰਦੇ, ਡੇਲੀ ਰਿਵੀਜ਼ਨ ਨਹੀਂ ਕਰਦੇ ਜੋ ਸਕੂਲ ਤੇ ਟੀਚਰ ਪੜ੍ਹਾਉਂਦੇ ਹੈ, ਤੇ ਅੰਤ 'ਚ ਟੈਸਟ ਵੇਲੇ ਉਹਨਾਂ ਨੂੰ ਪਛਤਾਵਾ ਹੁੰਦਾ ਹੈ। ਜਦੋਂ ਉਹਦਾ ਰਿਜ਼ਲਟ ਆਉਂਦਾ ਹੈ, ਜਦੋਂ ਫੇਲ ਹੋ ਜਾਂਦੇ ਨੇ, ਤਾਂ ਉਹਨਾਂ ਨੂੰ ਪਛਤਾਵਾ ਹੁੰਦਾ ਕਿ ਕਾਸ਼ ਅਗਰ ਅਸੀਂ ਆਪਣਾ ਟਾਈਮ ਵੇਸਟ ਨਾ ਕੀਤਾ ਹੁੰਦਾ ਤੇ ਸਾਨੂੰ ਆਪਣਾ ਅੱਜ ਇਹ ਦਿਨ ਨਹੀਂ ਦੇਖਣਾ ਪੈਂਦਾ। ਐਸੀ ਐਗਜ਼ਾਮਪਲ ਨੂੰ ਲੈਂਦੇ ਹੋਏ ਅਗਰ ਅਸੀਂ ਇਹਨੂੰ ਗੁਰਬਾਣੀ ਵੇ ਨਾਲ ਵੇਖੀਏ, ਐਵੇਂ ਹੀ ਗੁਰੂ ਪਿਤਾ ਜੀ ਨੇ ਸਾਨੂੰ ਮਨੁੱਖਾ ਜਨਮ ਬਖਸ਼ਿਆ ਹੈ। ਮਨੁੱਖਾ ਜਨਮ ਨੂੰ ਅਗਰ ਅਸੀਂ ਕਲਾਸ ਵਾਂਗ ਵੇਖੀਏ, ਤੇ ਅਗਰ ਅਸੀਂ ਡੇਲੀ ਹੋਮਵਰਕ ਨਹੀਂ ਕਰਦੇ, ਹੋਮਵਰਕ ਤੋਂ ਭਾਵ ਹੋ ਗਿਆ ਜੀ ਡੇਲੀ ਗੁਰਬਾਣੀ ਨਹੀਂ ਪੜ੍ਹਦੇ, ਗੁਰਬਾਣੀ ਨਹੀਂ ਵਿਚਾਰਦੇ, ਜੋ ਅਸੀਂ ਡੇਲੀ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਉਹਨੂੰ ਅਸੀਂ ਪ੍ਰੈਕਟੀਕਲੀ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਨਹੀਂ ਕਰਦੇ ਕਿ ਸਿਰਫ ਅਗਰ ਅਸੀਂ ਪੜ੍ਹੀ ਜਾਈਏ ਗੁਰਬਾਣੀ
ਵਿਚਾਰੀ ਜਾਈਏ ਔਰ ਅਸੀਂ ਅਗਰ ਆਪਣੀ ਲਾਈਫ ਦੇ ਵਿੱਚ ਨਾ ਇੰਪਲੀਮੈਂਟ ਕਰੀਏ ਤੇ ਫਿਰ ਇਹ ਗੱਲ ਗਲਤ ਹੈ। ਸਾਨੂੰ ਆਪਣੀ ਲਾਈਫ ਦੇ ਵਿੱਚ ਲੈ ਕੇ ਆਉਣਾ ਜੋ ਅਗਰ ਅਸੀਂ ਗੁਰਬਾਣੀ ਪੜ੍ਹਦੇ ਹਾਂ। ਤੇ ਫਿਰ ਟਾਈਮ ਟੂ ਟਾਈਮ ਜਿਵੇਂ ਸਕੂਲ 'ਚ ਸਾਡੇ ਟੈਸਟ ਹੁੰਦੇ ਆ, ਮਿਡ ਟਰਮ, ਯੂਨਿਟ, ਫਾਈਨਲ ਜਿਹੜਾ ਟੈਸਟ ਹੁੰਦਾ ਹੈ, ਐਵੇਂ ਗੁਰਸਾਹਿਬ ਸਾਡੇ ਵੀ ਟੈਸਟ ਲੈਂਦੇ। ਟਾਈਮ ਟੂ ਟਾਈਮ ਗੁਰਸਾਹਿਬ ਸਾਡੇ ਟੈਸਟ ਲੈਂਦੇ ਨੇ ਕਿ ਕਿਤੇ ਮੇਰਾ ਸਿੰਘ, ਕਿਤੇ ਮੇਰੀ ਸਿੰਘਣੀ, ਕਿਤੇ ਮੇਰੀ ਬੱਚੀ ਡੋਲ ਤੇ ਨਹੀਂ ਰਹੀ ਹੈ। ਤੇ ਅਗਰ ਅਸੀਂ ਉਸ ਟੈਸਟ ਦੇ ਵਿੱਚ ਫੇਲ ਹੋ ਜਾਵਾਂਗੇ ਤੇ ਅੰਤ ਵੇਲੇ ਜਦ ਅਸੀਂ ਇਹ ਸੰਸਾਰ ਛੱਡਣਾ, ਕਿਉਂਕਿ ਸਭ ਨੂੰ ਪਤਾ ਹੈ ਅਸੀਂ ਇੱਥੇ ਹਮੇਸ਼ਾ ਦੇ ਲਈ ਨਹੀਂ ਆ, ਅਸੀਂ ਥੋੜੇ ਟਾਈਮ ਦੇ ਮੈਂਬਰ ਹੈਗੇ ਆ ਸੰਸਾਰ ਦੇ ਵਿੱਚ, ਥੋੜੇ ਟਾਈਮ ਦੇ ਲਈ ਅਸੀਂ ਆਏ ਹੈਗੇ ਆ। ਤੇ ਜਦ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਜਾਵਾਂਗੇ ਤਾਂ ਅਸੀਂ ਉਹਨਾਂ ਨੂੰ ਕੀ ਮੂੰਹ ਦਿਖਾਵਾਂਗੇ ਕਿ ਅਸੀਂ ਸੰਸਾਰ 'ਚ ਜੋ ਟਾਈਮ ਤੁਸੀਂ ਸਾਨੂੰ ਬਖਸ਼ਿਆ, ਜੋ ਮਨੁੱਖਾ ਜਨਮ ਬਖਸ਼ਿਆ ਹੈ, ਉਹ ਅਸੀਂ ਵੇਸਟ ਕਰ ਆਏ ਹਾਂ। ਕਿਉਂਕਿ ਸਭ ਨੂੰ ਪਤਾ ਹੈ ਜਿਹੜਾ ਮਨੁੱਖਾ ਜਨਮ ਸਾਨੂੰ 84 ਲੱਖ ਜੂਨਾ ਕੱਟਣ ਤੋਂ ਬਾਅਦ ਮਿਲਦਾ ਹੈ। ਗੁਰਬਾਣੀ ਫਰਮਾਨ ਵੀ ਹੈ ਜੀ, ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਏਗਾ, ਰਾਮ ਸਿਮਰ ਪਛਤਾਏਗਾ ਮਨ। ਗੁਰਸਾਹਿਬ ਸਾਨੂੰ ਦੱਸਦੇ ਨੇ ਕਿ ਮਨਾ ਪ੍ਰਾਣੀਆਂ ਰਾਮ ਸਿਮਰ ਲੈ, ਵਰਨਾ ਬਾਅਦ ਦੇ ਵਿੱਚ ਤੂੰ ਪਛਤਾਏਗਾ। ਅਗਰ ਅਸੀਂ ਰਾਮ ਨਹੀਂ ਸਿਮਰਾਂਗੇ, ਗੁਰਸਾਹਿਬ ਜੀ ਦਾ ਨਾਮ ਨਹੀਂ ਜਪਾਂਗੇ ਤੇ ਸਾਡਾ ਇਹ ਮਨੁੱਖਾ ਜਨਮ ਵੇਸਟ ਹੋ ਜਾਏਗਾ ਜੀ। ਤੇ ਹੁਣ ਸਾਡਾ ਥਰਡ ਰਾਉਂਡ ਹੈ ਜੀ, ਗੁਰਬਾਣੀ ਰਾਉਂਡ। ਆਪ ਜੀ ਸਕਰੀਨ ਦੇ ਵਿੱਚ ਸੰਗਤ ਜੀ ਗੁਰਬਾਣੀ ਫਰਮਾਨ ਵੇਖ ਸਕਦੇ ਹੋ ਜੋ ਕਿ ਅਸੀਂ ਡੇਲੀ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਪੜ੍ਹਦੇ ਹਾਂ ਜੀ, ਜੋ ਕਿ ਥਾਟ ਦੇ ਰਿਲੇਟਡ ਹੈ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟਮ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਖੀਚੈ, ਜਿਤ ਅੰਤ ਪਛਤਾਈਐ। ਇਹਦਾ ਮਤਲਬ ਇੰਗਲਿਸ਼ ਦੇ ਵਿੱਚ ਹੈ ਜੀ, O beloved mind, contemplate the true Lord forever. This family which you see shall not go along with you. They shall not go along with you. So why do you focus your attention on them? Don't do anything that you will regret in the end. ਪੰਜਾਬੀ ਚ ਅਰਥ ਹੈਗਾ ਜੀ, ਹੇ ਪਿਆਰਿਆ ਮਨਾ, ਹੇ ਪ੍ਰਾਣੀ, ਜੇ ਤੂੰ ਸਦਾ ਦਾ ਆਤਮਿਕ ਆਨੰਦ ਲੋੜਦਾ ਹੈ ਤਾਂ ਸਦਾ ਸੱਚੇ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ ਰੱਖ। ਅੱਗੇ ਗੁਰੂ ਸਾਹਿਬ ਜੀ ਫਰਮਾਨ ਚ ਬਖਸ਼ਿਸ਼ ਕਰਦੇ ਨੇ, ਇਹੋ ਕੁਟਮ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ। ਇਹੋ ਕੁਟਮ ਜਿਹੜਾ ਹੈ, ਕੁਟਮ ਦਾ ਅਰਥ ਹੈਗਾ ਜੀ ਫੈਮਿਲੀ, ਪਰਿਵਾਰ। ਜੋ ਅਸੀਂ ਪਰਿਵਾਰ ਦੇਖਦੇ ਹਾਂ, ਸਾਡਾ ਮਾਤਾ ਪਿਤਾ, ਭਰਾ ਭੈਣ, ਰਿਲੇਟਿਵਸ, ਇਹ ਜੋ ਕੁਟਮ ਅਸੀਂ ਵੇਖਦੇ ਹਾਂ, ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ, ਇਹਨੇ ਤੇਰੇ ਨਾਲ ਨਹੀਂ ਜਾਣਾ। ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਸਿਰਫ ਔਰ ਸਿਰਫ ਅਸੀਂ ਜਾਣਾ ਹੈ ਔਰ ਸਾਡੇ ਕਰਮਾਂ ਨੇ ਜਾਣਾ ਜੀ। ਅੱਗੇ ਗੁਰਬਾਣੀ ਫਰਮਾਨ ਹੈ ਜੀ, ਸਾਥ ਤੇਰਾ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਐ। ਅਗਰ ਇਹ ਸਾਡੇ ਪਰਿਵਾਰ ਨੇ ਸਾਡੇ ਨਾਲ ਜਾਣਾ ਹੀ ਨਹੀਂ ਹੈ ਤੇ ਅਸੀਂ ਇੰਨਾ ਮੋਹ ਕਿਉਂ ਲਗਾਉਂਦੇ ਹਾਂ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛਤਾਈਐ। ਸਾਨੂੰ ਐਸਾ ਕੰਮ ਕਦੀ ਵੀ ਨਹੀਂ ਕਰਨਾ ਚਾਹੀਦਾ ਹੈ ਜਿਹਨੂੰ ਕਰਨ ਤੋਂ ਬਾਅਦ ਸਾਨੂੰ ਅੰਤ ਦੇ ਵਿੱਚ ਪਛਤਾਵਾ ਹੋਏ। ਤੇ ਸੰਗਤ ਜੀਓ, ਅਸੀਂ ਹਮੇਸ਼ਾ ਯਾਦ ਰੱਖੀਏ, ਗੁਰੂ ਸਾਹਿਬ ਜੀ ਨੇ ਤੇ ਸਾਨੂੰ ਮਨੁੱਖਾ ਜਨਮ ਅਵਸਰ ਬਖਸ਼ਿਆ ਹੈ, ਸਾਨੂੰ ਅਪੋਰਚੁਨਿਟੀ ਦਿੱਤੀ ਹੈ ਕਿ ਹਜੇ ਵੀ ਪ੍ਰਾਣੀਆਂ ਸਮਝ ਜਾ, ਹਜੇ ਵੀ ਗੁਰੂ ਸਾਹਿਬ ਜੀ ਦਾ ਨਾਮ ਜਪ ਲੈ। ਕਿਉਂਕਿ ਸਭ ਨੂੰ ਪਤਾ ਹੈ, ਸਾਨੂੰ ਪਹਿਲਾਂ ਵੀ ਆਪ ਜੀ ਨੇ ਦੱਸਿਆ, ਸਭ ਨੂੰ ਪਤਾ ਵੀ ਹੈ ਕਿ ਸਾਨੂੰ ਮਨੁੱਖਾ ਜਨਮ 84 ਲੱਖ ਜੂਨਾ ਕੱਟਣ ਤੋਂ ਬਾਅਦ ਮਿਲਦਾ ਹੈ ਤੇ ਕਿੰਨਾ ਅਨਮੋਲ ਜਨਮ ਹੈਗਾ। ਸਾਨੂੰ ਇਹ ਚੀਜ਼ ਫਾਲਤੂ ਦੇ ਕੰਮ 'ਚ ਵੇਸਟ ਨਹੀਂ ਕਰਨੀ ਚਾਹੀਦੀ। ਗੁਰੂ ਸਾਹਿਬ ਜੀ ਦਾ ਨਾਮ ਜਪਣਾ ਚਾਹੀਦਾ, ਖੁਦ ਵੀ ਜੁੜੀਏ ਤੇ ਹੋਰਾਂ ਨੂੰ ਵੀ ਜੋੜੀਏ ਜੀ। ਅੱਗੇ ਹੈ ਜੀ ਇੰਪਰੂਵਮੈਂਟ ਰਾਉਂਡ, ਫੋਰਥ ਰਾਉਂਡ ਹੈ ਜੀ ਸਾਡਾ ਇੰਪਰੂਵਮੈਂਟ। ਇਸ ਥਾਟ ਦੇ ਵਿੱਚ ਇੰਪਰੂਵਮੈਂਟ ਮੈਂ ਗੁਰਬਾਣੀ ਦੇ ਰਾਹੀਂ ਕਰਨਾ ਚਾਹਾਂਗੀ ਜੀ। ਸਾਡੇ ਥਾਟ ਦਾ ਜਿਹੜਾ ਥੀਮ ਹੈ, ਜਿਹੜਾ ਟੌਪਿਕ ਹੈ, ਉਹ ਰਿਗਰੈਟ ਮਤਲਬ ਪਛਤਾਵਾ ਹੈ। ਤੇ ਇਹ ਜਿਹੜਾ ਗੁਰਬਾਣੀ ਫਰਮਾਨ ਆਪ ਜੀ ਸਕਰੀਨ ਤੇ ਵੇਖ ਰਹੇ ਹੋ ਜੀ, ਇਹ ਉਹਨਾਂ ਪ੍ਰਾਣੀਆਂ ਦੇ ਲਈ, ਉਹਨਾਂ ਗੁਰਮੁਖ ਪਿਆਰਿਆਂ ਦੇ ਲਈ, ਗੁਰੂ ਸਾਹਿਬ ਜੀ ਦੇ ਪਿਆਰੇ ਬੱਚਿਆਂ ਦੇ ਲਈ ਜੋ ਆਪਣਾ ਟਾਈਮ ਵੇਸਟ ਨਹੀਂ ਕਰਦੇ ਜੀ। ਗੁਰਬਾਣੀ ਫਰਮਾਨ ਹੈ ਜੀ, ਜੋ ਜਨ ਕਰੈ ਕੀਰਤਨ ਗੋਪਾਲ, ਤਿਸਕੋ ਪਹੁ ਨਾ ਸਕੈ ਜਮਕਾਲ। The messenger of death cannot even touch that humble being who sings the kirtan of Lord's praise. ਜੋ ਜਨ, ਜਿਹੜੇ ਗੁਰਮੁਖ ਪਿਆਰੇ ਕਰੈ ਕੀਰਤਨ ਗੋਪਾਲ, ਅਕਾਲ ਪੁਰਖ ਵਾਹਿਗੁਰੂ ਜੀ ਦਾ ਕੀਰਤਨ ਕਰਦੇ ਨੇ, ਉਹਨਾਂ ਦਾ ਜਸ ਗਾਇਨ ਕਰਦੇ ਆ, ਤਿਸਕੋ ਪਹੁ ਨਾ ਸਕੈ ਜਮਕਾਲ। ਜਮਕਾਲ ਉਹਨਾਂ ਨੂੰ ਛੂ ਤੱਕ ਨਹੀਂ ਸਕਦਾ, ਉਹਨਾਂ ਨੂੰ ਟੱਚ ਤੱਕ ਨਹੀਂ ਕਰ ਸਕਦਾ। ਅੱਗੇ ਸਾਡਾ ਲਾਸਟ ਰਾਉਂਡ ਹੈ ਜੀ ਕ੍ਰੀਏਟੀਵਿਟੀ ਰਾਉਂਡ। ਕ੍ਰੀਏਟੀਵਿਟੀ ਰਾਉਂਡ 'ਚ ਸੰਗਤ ਜੀ ਆਪ ਜੀ ਬਹੁਤ ਹੀ ਪਿਆਰਾ ਥਾਟ ਵੇਖ ਸਕਦੇ ਹੋ ਸਕਰੀਨ ਤੇ, ਜੋ ਕਿ ਹੈ, lucky means those who get the opportunity,
Brilliant means who create the opportunity, and winner means who use the opportunity. Be a winner always. ਇਹ ਤੋਂ ਭਾਵ ਹੈ ਜੀ ਲੱਕੀ ਮਤਲਬ ਖੁਸ਼ਕਿਸਮਤ ਉਹ ਨੇ ਜੋ ਜਿਨ੍ਹਾਂ ਨੂੰ ਕੋਈ ਅਪੋਰਚੁਨਿਟੀ ਮਿਲਦੀ, ਕੋਈ ਅਵਸਰ ਮਿਲਦਾ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ। ਬ੍ਰਿਲੀਅੰਟ ਮਤਲਬ ਸਮਝਦਾਰ ਉਹ ਨੇ ਜੋ ਉਸ ਅਪੋਰਚੁਨਿਟੀ ਨੂੰ ਜੋ ਗੁਰੂ ਸਾਹਿਬ ਜੀ ਨੇ ਬਖਸ਼ੀ ਹੈ ਉਹਨੂੰ ਯੂਜ਼ ਕਰਦੇ ਆ। ਔਰ ਕਈ ਵਾਰੀ ਗੁਰੂ ਸਾਹਿਬ ਜੀ ਦਾ ਨਾਮ ਜਪ ਕੇ ਉਹਨਾਂ ਦੇ ਮਾਰਗ ਤੇ ਚੱਲ ਕੇ ਖੁਦ ਵੀ ਅਪੋਰਚੁਨਿਟੀ ਬਣਾਉਣੀ ਪੈਂਦੀ ਹੈ। ਵਿਨਰ ਮੀਨਸ ਦੋਜ਼ ਹੂ ਯੂਜ਼ ਦ ਅਪੋਰਚੁਨਿਟੀ, ਜੋ ਕਿ ਆਪ ਜੀ ਨੂੰ ਪਹਿਲਾਂ ਦੱਸਿਆ। ਵਿਨਰ ਵਿਜੇਤਾ ਉਹ ਹੈ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਦਿੱਤਾ ਗਿਆ ਜੋ ਅਵਸਰ ਹੈ ਉਹਨੂੰ ਸਹੀ ਵੇ ਨਾਲ ਯੂਜ਼ ਕਰੇ। ਬੀ ਅ ਵਿਨਰ ਆਲਵੇਜ਼, ਸਾਨੂੰ ਹਮੇਸ਼ਾ ਵਿਨਰ ਬਣਨਾ ਚਾਹੀਦਾ ਹੈ। ਵਿਨਰ ਤੋਂ ਮੇਰਾ ਭਾਵ ਇਹ ਨਹੀਂ ਹੈਗਾ ਕਿ ਸਾਨੂੰ ਅਹੰਕਾਰੀ ਹੋਣਾ ਚਾਹੀਦਾ, ਇਹ ਨਹੀਂ। ਗੁਰਸਿੱਖ ਹਮੇਸ਼ਾ ਨਿਮਾਣਾ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਦੇ ਚਰਨਾਂ 'ਚ ਉਹਦੀ ਲਿਵ ਜੁੜੀ ਹੋਣੀ ਚਾਹੀਦੀ, ਖੁਦ ਜੋੜੇ ਹੋਰਾਂ ਨੂੰ ਵੀ ਜੋੜੇ। ਸਾਡਾ ਹਰ ਇੱਕ ਸਿੱਖ ਜਿਹੜਾ ਹੈ ਉਹ ਪ੍ਰਚਾਰਕ ਹੈ, ਉਹਦੀ ਲਾਈਫ ਦਾ ਹਮੇਸ਼ਾ ਇਹ ਮੋਟੋ ਹੋਣਾ ਚਾਹੀਦਾ ਹੈ ਉਹ ਖੁਦ ਜੋੜੇ ਹੋਰਾਂ ਨੂੰ ਵੀ ਜੋੜੇ। ਜਿਨ੍ਹਾਂ ਨੂੰ ਵੀ ਤੁਹਾਨੂੰ ਦਿਖੇ, ਤੁਹਾਡੇ ਜਿਹੜੇ ਰਿਲੇਟਿਵਸ ਹੈ, ਤੁਹਾਡੀ ਫੈਮਿਲੀ ਫਰੈਂਡ ਹੈਗੇ, ਅਗਰ ਤੁਹਾਨੂੰ ਲੱਗੇ ਕਿ ਉਹ ਗਲਤ ਪਾਸੇ ਜਾ ਰਹੇ ਹੈ, ਤੁਸੀਂ ਉਹਨਾਂ ਨੂੰ ਸਮਝਾ ਸਕਦੇ ਹੋ। ਤੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਵੀ ਸਾਨੂੰ 3 ਪ੍ਰਿੰਸੀਪਲਸ ਬਖਸ਼ੇ ਨੇ। ਕੀਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਨਾਮ ਜਪੋ, ਸਾਨੂੰ ਗੁਰੂ ਸਾਹਿਬ ਜੀ ਦਾ ਨਾਮ ਜਪਣਾ ਚਾਹੀਦਾ, ਉਹਨਾਂ ਦੇ ਚਰਨਾਂ ਦੇ ਵਿੱਚ ਲਿਵ ਜੋੜਨੀ ਚਾਹੀਦੀ ਜਿਹਦੇ ਲਈ ਅਸੀਂ ਸੰਸਾਰ 'ਚ ਆਏ ਹਾਂ। ਕੀਰਤ ਕਰੋ, ਸਭ ਨੂੰ ਪਤਾ ਜਿਹੜੇ ਸਟੂਡੈਂਟਸ ਹੈਗੇ ਉਹਨਾਂ ਦੇ ਲਈ ਕੀਰਤ ਇਹ ਹੈਗੀ ਹੈ ਕਿ ਉਹ ਅੱਛੀ ਤਰੀਕੇ ਨਾਲ ਡਿਸਿਪਲਿਨ ਨਾਲ ਆਪਣੇ ਪੇਪਰਾਂ ਦੀ ਤਿਆਰੀ ਕਰਨ, ਸਟੱਡੀਜ਼ ਕਰਨ ਅੱਛੀ ਤਰੀਕੇ ਨਾਲ, ਤਾਂ ਕਿ ਉਹ ਗੁਰਸਿੱਖ ਪ੍ਰੋਫੈਸ਼ਨਲ, ਗੁਰਸਿੱਖ ਇੰਜੀਨੀਅਰ, ਗੁਰਸਿੱਖ ਡਾਕਟਰ ਬਣ ਪਾਉਣ। ਕਿਉਂਕਿ ਅਗਰ ਜਿਹੜਾ ਗੁਰਸਿੱਖ ਪ੍ਰੋਫੈਸ਼ਨਲ ਹੋਏਗਾ ਉਹ ਕਦੀ ਕਿਸੇ ਨਾਲ ਗਲਤ ਨਹੀਂ ਕਰੇਗਾ। ਜਿਹੜਾ ਗੁਰਸਿੱਖ ਡਾਕਟਰ ਹੋਏਗਾ ਉਹ ਕਦੀ ਕਿਸੇ ਦੀ ਕਿਡਨੀ ਵੇਚੇਗਾ ਨਹੀਂ। ਜਿਹੜਾ ਗੁਰਸਿੱਖ ਚਾਰਟਰਡ ਅਕਾਊਂਟੈਂਟ ਹੋਏਗਾ ਉਹ ਵੀ ਕਿਸੇ ਦੇ ਨਾਲ ਗਲਤ ਨਹੀਂ ਕਰੇਗਾ। ਤੇ ਸਾਨੂੰ ਕੀਰਤ ਵੀ ਧਰਮ ਦੀ ਕੀਰਤ ਕਰਨੀ ਹੈ ਤੇ ਵੰਡ ਛਕੋ ਜੋ ਵੀ ਸਾਡੇ ਕੋਲ ਗਿਆਨ ਹੈਗਾ। ਸਿਰਫ ਲੰਗਰ ਦੇ ਵਿੱਚ ਨਾ ਲਈਏ ਅਸੀਂ ਵੰਡ ਛਕੋ ਨੂੰ, ਲੰਗਰ 'ਚ ਅਸੀਂ ਜ਼ਰੂਰ ਵੰਡ ਛਕਦੇ, ਲੰਗਰ ਵੀ ਹੈ ਇਹਦੇ ਵਿੱਚ, ਪਰ ਜੋ ਸਾਡੇ ਕੋਲ ਨੌਲੇਜ ਹੈ ਉਹਨੂੰ ਵੀ ਅਸੀਂ ਵੰਡ ਛਕਣਾ ਹੈਗਾ। ਜੋ ਵੀ ਅਸੀਂ ਥੋੜਾ ਟਾਈਮ ਕੱਢੀਏ, ਕਿਉਂਕਿ ਇਹ 3 ਪਿਲਰਸ ਹੈਗੇ। ਗੁਰੂ ਸਾਹਿਬ ਜੀ ਨੇ ਸਾਨੂੰ 3 ਪ੍ਰਿੰਸੀਪਲਸ ਬਖਸ਼ੇ ਲਾਈਫ ਦੇ ਵਿੱਚ, ਜੋ ਸਾਨੂੰ ਆਪਣੀ ਲਾਈਫ ਦੇ ਵਿੱਚ ਲਿਆਉਣੇ ਚਾਹੀਦੇ ਪ੍ਰੈਕਟੀਕਲ ਵਿੱਚ। ਤੇ ਸਿਰਫ ਅਗਰ ਅਸੀਂ ਨਾਮ ਜਪਾਂਗੇ, ਸਿਰਫ ਕੀਰਤ ਕਰਾਂਗੇ ਤੇ ਸ਼ੇਅਰ ਨਹੀਂ ਕਰਾਂਗੇ ਤੇ ਉਹ ਵੀ ਗਲਤ ਹੈ। ਸਾਨੂੰ ਸ਼ੇਅਰਿੰਗ ਵੀ ਕਰਨੀ, ਜੋ ਵੀ ਸਾਡੇ ਕੋਲ ਗਿਆਨ ਹੈ ਉਹਨੂੰ ਸਾਨੂੰ ਦੂਸਰੇ ਨਾਲ ਸ਼ੇਅਰ ਕਰਨਾ ਚਾਹੀਦਾ ਹੈ ਜੀ। ਤੇ ਇੱਥੇ ਸਾਡੀ ਪੀਪੀਟੀ ਸਮਾਪਤ ਹੁੰਦੀ ਹੈ ਜੀ। ਸੇਵਾ ਕਰਨ ਵੇਲੇ ਅਕਿਰਤ ਘੜੀਆਂ ਪਾਸੋਂ ਇੱਕ ਨਹੀਂ ਅਨੇਕਾਂ ਹੀ ਗਲਤੀਆਂ ਹੋ ਗਈਆਂ ਜੀ, ਜਾਣੇ ਅਣਜਾਣੇ 'ਚ। ਮਾਫ ਕਰਨਾ ਜੀ, ਸੰਗਤ ਬਖਸ਼ਣ ਯੋਗ ਹੈ, ਗੁਰੂ ਸਾਹਿਬ ਜੀ ਬਖਸ਼ਣ ਯੋਗ ਹੈਗੇ ਨੇ। ਆਪ ਜੀ ਅਸੀਸਾਂ ਬਖਸ਼ਣੀਆਂ ਜੀ, ਐਵੇਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਲਿਵ ਜੋੜਨ ਦੀ ਅਸੀਸਾਂ ਬਖਸ਼ਣੀਆਂ ਜੀ। ਸੇਵਾ ਕਰਵਾਉਣ ਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ। ਗੁਰੂ ਸਾਹਿਬ ਦੀ ਫਤਿਹ ਬੁਲਾਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬਹੁਤ ਧੰਨਵਾਦ ਜੀ ਅੰਮ੍ਰਿਤਲੀਨ ਕੌਰ ਜੀ ਦਾ, ਬੜੇ ਪਿਆਰ ਦੇ ਨਾਲ ਤੁਸੀਂ ਟੌਨਮੈਟਿਕ ਕਰਵਾਇਆ ਇਹਦਾ। ਮੈਂ ਸਟੂਡੈਂਟਸ ਨੂੰ ਰਿਕੁਐਸਟ ਕਰਾਂਗੀ ਅਗਰ ਕੋਈ ਇਸੇ ਨਾਲ ਰਿਲੇਟਿਡ ਕੋਈ ਗੱਲ ਕਰਨਾ ਚਾਹੁੰਦੇ ਨੇ ਤਾਂ ਪਲੀਜ਼ ਆਪਣਾ ਹੈਂਡ ਰੇਜ਼ ਕਰਨ। ਮੇਰੀ ਫਿਰ ਰਿਕੁਐਸਟ ਹੈ ਸਿਰਫ ਇਸੇ ਨਾਲ ਰਿਲੇਟਿਡ ਹੋਵੇ ਜੀ ਗੱਲਬਾਤ, ਤੇ ਉਸ ਤੋਂ ਬਾਅਦ ਅਸੀਂ ਆਪਣੇ ਅਗਲੇ ਸੈਸ਼ਨ ਵੱਲ ਵਧਾਂਗੇ। ਹਾਂਜੀ, ਸਭ ਤੋਂ ਪਹਿਲਾਂ ਜੀ ਹਰਸ਼ਪ੍ਰੀਤ ਕੌਰ 1711 ਆਪਣੀ ਵੀਡੀਓ ਔਨ ਕਰ ਲਿਓ ਜੀ ਜਿਨ੍ਹਾਂ ਨੇ ਹੈਂਡ ਰੇਜ਼ ਕੀਤੇ। ਹਰਸ਼ਪ੍ਰੀਤ ਕੌਰ ਜੀ ਆਪਣੀ ਵੀਡੀਓ ਨੂੰ ਔਨ ਕਰ ਲਿਓ। ਹਾਂਜੀ मैम, आई एम ऑडिबल जी। मैम, ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਆਪਾਂ ਕੋਈ ਵੀ ਚੀਜ਼ ਕਰਨ ਤੋਂ ਬਾਅਦ ਬੋਰ ਕਿਉਂ ਹੁੰਦੇ ਆ? ਠੀਕ ਹੈ, ਇਹਦਾ ਆਨਸਰ ਅਸੀਂ ਜ਼ਰੂਰ ਆਉਣ ਵਾਲੇ ਕੈਂਪਸ ਵਿੱਚ ਦਵਾਂਗੇ। ਅੱਜ ਸਿਰਫ ਪਹਿਲਾ ਟੌਪਿਕ ਨਾਲ ਰਿਲੇਟਡ ਜੀ। ਠੀਕ ਹੈ ਜੀ। ਨੈਕਸਟ ਨੇ ਹੈਂਡ ਕੀਤਾ ਹੈ ਤਾਂ ਹਾਂਜੀ 16018 ਮੋਗਾ ਤੋਂ अपनी वीडियोस में ऑन करेंगे स्टूडेंट्स। 16018 मैम, वाहिगुरु जी का खालसा वाहिगुरु जी की फतेह जी। वाहिगुरु जी का खालसा वाहिगुरु जी की फतेह जी। मैम, मैं ये कहना चाहनी हूँ कि सानू ਇਹੋ ਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਜਿਸ ਵਿੱਚ ਸਾਨੂੰ ਬਾਅਦ ਚੋਂ ਪਛਤਾਵਾ ਹੋ।
जे ਅਸੀਂ नहीं ਮੰਨਾਂਗੇ ਤਾਂ ਸਾਨੂੰ ਬਾਅਦ ਚ ਪਛਤਾਵਾ ਹੋਵੇਗਾ ਕਿ ਮੈਂ ਇਹ ਗੱਲ ਕਿਉਂ ਨਹੀਂ ਸੁਣੀ। ਤਾਂ ਸਾਨੂੰ ਗੁਰਬਾਣੀ ਅਨੁਸਾਰ ਚੱਲਣਾ ਚਾਹੀਦਾ ਹੈ ਤੇ ਗੁਰਬਾਣੀ ਪੜ੍ਹਨੀ ਚਾਹੀਦੀ ਹੈ, ਨਾਮ ਸਿਮਰਨ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਇਹੋ ਕਹਿਣਾ ਚਾਹੁੰਦਾ ਵੀ ਸਾਡੇ ਵਿੱਚ ਜੇ ਕੋਈ ਵੀ ਇੰਪਰੂਵਮੈਂਟ ਤੁਹਾਡਾ ਮਾਈਕ ਫਿਰ ਮਿਊਟ ਹੋ ਗਿਆ ਜੀ। ਸਾਨੂੰ ਉਹਨਾਂ ਦੇ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ, ਆਪਣੇ ਗੁਣਾਂ ਨੂੰ ਚੰਗਾ ਬਣਾਉਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਬਿਲਕੁਲ। ਸਾਨੂੰ ਦੇਖੋ ਹੁਣ ਮੌਕਾ ਮਿਲਿਆ ਹੈ ਕਿ ਅਸੀਂ ਇਹ ਕੈਂਪਸ ਲਗਾ ਰਹੇ ਹਾਂ, ਆਪਣੀ ਸਕਿੱਲਸ ਨੂੰ ਡਿਵੈਲਪ ਕਰ ਰਹੇ ਹਾਂ, ਹੋਰ ਨੌਲੇਜ ਲੈ ਰਹੇ ਹਾਂ, ਹੋਰ ਬਹੁਤ ਸਾਰੀਆਂ ਏਦਾਂ ਦੇ ਕੰਪੀਟੀਸ਼ਨਸ ਅੱਜ ਕੱਲ੍ਹ ਹੋ ਰਹੇ ਨੇ ਜਿਹਦੇ ਨਾਲ ਅਸੀਂ ਆਪਣੀ ਸਕਿੱਲਸ ਨੂੰ ਵਧਾ ਸਕਦੇ ਹਾਂ, ਸਕਿੱਲਸ ਨੂੰ ਹੋਰ ਇੰਪਰੂਵ ਕਰ ਸਕਦੇ ਹਾਂ, ਆਪਣੇ ਆਪ ਨੂੰ ਅੱਗੇ ਵਾਲੇ ਪਾਸੇ ਲੈ ਕੇ ਜਾ ਸਕਦੇ ਹਾਂ। ਲੇਕਿਨ ਕੁਝ ਸਟੂਡੈਂਟਸ ਨੇ ਜਿਹੜੇ ਇਸ ਲੋਕਡਾਊਨ ਦਾ ਕੋਈ ਫਾਇਦਾ ਨਹੀਂ ਉਠਾ ਰਹੇ ਤੇ ਕੁਝ ਸਟੂਡੈਂਟਸ ਉਹ ਵੀ ਨੇ ਜਿਹੜੇ ਆਪਣੀ ਪੜ੍ਹਾਈ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਸ ਲੋਕਡਾਊਨ ਦੇ ਵਿੱਚ ਸਿੱਖ ਰਹੇ ਨੇ। ਸੋ ਇਹ ਇੱਕ ਓਪਰਚੁਨਿਟੀ ਮਿਲੀ ਸੀ ਸਾਨੂੰ, ਕਈਆਂ ਨੇ ਇਸ ਓਪਰਚੁਨਿਟੀ ਨੂੰ ਯੂਜ਼ ਕੀਤਾ ਤੇ ਕਈਆਂ ਨੇ ਨਹੀਂ ਕੀਤਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਹੁਣ ਸਾਡੀ ਇੰਗਲਿਸ਼ ਕਲਾਸ ਦਾ ਟਾਈਮ ਹੈ। ਸੋ ਹੁਣ ਮੈਮ ਕੁਲਵੰਤ ਕੌਰ ਜੀ ਇੰਗਲਿਸ਼ ਦੀ ਕਲਾਸ ਲੈਣਗੇ ਜੀ, ਉਹਨਾਂ ਨੂੰ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਰੀ ਗੁੱਡ ਈਵਨਿੰਗ ਟੂ ਆਲ ਆਫ ਯੂ। ਸਾਰੇ ਬੱਚਿਆਂ ਦਾ ਕੈਂਪ ਵਿੱਚ ਸਵਾਗਤ ਹੈ। ਤੇ ਅੱਜ ਮੈਂ ਟਰਾਈ ਕੀਤਾ ਹੈ ਕਿ ਥੋੜਾ ਜਿਹਾ ਕੁਝ ਇੰਟਰਸਟਿੰਗ ਜਿਹਾ ਸੈਸ਼ਨ ਬਣਾਇਆ ਜਾਏ। ਆਈ ਐਮ ਗੋਇੰਗ ਟੂ ਸ਼ੇਅਰ ਮਾਈ ਸਕਰੀਨ ਨਾਓ। ਅੱਜ ਅਸੀਂ ਕਰਨ ਜਾ ਰਹੇ ਹਾਂ ਸਮ ਇਡੀਓਮੈਟਿਕ ਸੈਂਟੈਂਸਸ, ਕੁਝ ਮੁਹਾਵਰੇ ਕਰਨ ਜਾ ਰਹੇ ਹਾਂ। ਤੇ ਮੈਂ ਰਿਕੁਐਸਟ ਕਰ ਰਹੀ ਹਾਂ ਜਿਨ੍ਹਾਂ ਨੂੰ ਇੰਟਰਸਟ ਹੈ ਕਿ ਅਸੀਂ ਕੁਝ ਨਵਾਂ ਲਰਨ ਕਰੀਏ, ਤੇ ਮੈਂ ਰਿਕੁਐਸਟ ਕਰਾਂਗੀ ਉਹਨਾਂ ਬੱਚਿਆਂ ਨੂੰ, ਉਹਨਾਂ ਸਟੂਡੈਂਟਸ ਨੂੰ ਕਿ ਜਿਹੜਾ ਮੈਂ ਮੁਹਾਵਰਾ ਸਭ ਤੋਂ ਪਹਿਲੇ ਇੰਗਲਿਸ਼ ਵਿੱਚ ਕਰਾਂਗੇ ਤੇ ਕੋਸ਼ਿਸ਼ ਕਰੋ ਕਿ ਉਹਦੇ ਸ਼ਬਦਿਕ ਅਰਥ ਕੀ ਨਿਕਲਦੇ ਆ, ਪਹਿਲੇ ਉਹ ਦੇਖੀਏ। ਉਸ ਤੋਂ ਬਾਅਦ ਮੁਹਾਵਰਾ ਸਾਨੂੰ ਬੜੀ ਈਜ਼ੀਲੀ ਸਮਝ ਆ ਜਾਏਗਾ। ਸੋ ਅਸੀਂ ਸਟਾਰਟ ਕਰਦੇ ਹਾਂ। First idiom is, in this world, everyone wants to grind his own axe. In this world, everyone wants to grind his own axe. ਹੁਣ ਅਗਰ ਅਸੀਂ ਇਹਦਾ ਸ਼ਾਬਦਿਕ ਮੀਨਿੰਗ ਨਿਕਾਲੀਏ, ਅਗਰ ਇਹਦਾ ਅਸੀਂ ਵਰਡ ਮੀਨਿੰਗ ਵੀ ਦੇਖ ਲਈਏ, ਤਾਂ ਇਸ ਦੁਨੀਆ ਦੇ ਵਿੱਚ ਹਰ ਕੋਈ ਕੀ ਚਾਹੁੰਦਾ ਹੈ ਕਿ ਮੇਰੀ ਐਕਸ ਮਤਲਬ ਕੁਹਾੜੀ ਗ੍ਰਾਈਂਡ ਹੋ ਜਾਏ, ਤਿੱਖੀ ਹੋ ਜਾਏ। ਤਾਂ ਇਹਦਾ ਕੀ ਮੀਨਿੰਗ ਨਿਕਲਿਆ ਕਿ ਇਸ ਦੁਨੀਆ ਵਿੱਚ ਹਰ ਕੋਈ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦਾ ਹੈ, ਯਾਨੀ ਕਿ ਹਰ ਕੋਈ ਇਹ ਚਾਹੁੰਦਾ ਹੈ ਕਿ ਮੇਰਾ ਕੰਮ ਹੋ ਜਾਏ। In this world, everyone wants to grind ਹੁੰਦਾ ਹੈ ਉਹਨੂੰ, ਜਿਵੇਂ ਐਕਸ ਹੁੰਦੀ ਹੈ ਨਾ ਕੁਹਾੜੀ, ਉਹਨੂੰ ਵਾਰ-ਵਾਰ ਘਿਸਾਇਆ ਜਾਂਦਾ ਹੈ ਤਾਂ ਕਿ ਉਹ ਤਿੱਖੀ ਹੋ ਜਾਏ। ਸੋ ਗ੍ਰਾਈਂਡ ਕੀਤਾ ਜਾਂਦਾ ਹੈ ਉਹਨੂੰ। Everyone wants to grind his own axe. ਹਰ ਕੋਈ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦਾ ਹੈ। Next, they exchanged hot words. They exchanged, exchange ਹੁੰਦਾ ਹੈ ਲੈਣਾ ਤੇ ਦੇਣਾ। Exchange means give and take. ਇੱਕ ਨੇ ਚੀਜ਼ ਦਿੱਤੀ, ਦੂਸਰੇ ਨੇ ਲੈ ਲਈ, ਦੂਸਰੇ ਨੇ ਦਿੱਤੀ, ਪਹਿਲੇ ਨੇ ਲੈ ਲਈ। They exchanged hot words. ਹੁਣ hot words ਮਤਲਬ ਗਰਮ ਸ਼ਬਦ। ਜੇ ਅਗਰ ਅਸੀਂ ਇਹਦਾ ਮੀਨਿੰਗ ਦੇਖੀਏ ਤਾਂ ਇਹਦਾ ਮਤਲਬ ਕੀ ਹੋਇਆ ਕਿ ਉਹਨਾਂ ਦੇ ਵਿੱਚ ਗਰਮਾ ਗਰਮੀ ਹੋ ਗਈ, ਤੂੰ ਮੈਂ ਹੋ ਗਈ। ਉਹਨਾਂ ਨੇ ਇੱਕ ਦੂਸਰੇ ਨੂੰ, ਆਪਾਂ ਕਹਿੰਦੇ ਨੇ ਤੱਤੀਆਂ ਤੱਤੀਆਂ ਸੁਣਾਈਆਂ। They exchanged hot words. ਉਹਨਾਂ ਦੇ ਵਿੱਚ ਤੂੰ ਮੈਂ ਹੋ ਗਈ। So exchanging hot words means ਇੱਕ ਦੂਸਰੇ ਦੇ ਨਾਲ ਇੱਕ ਦੂਸਰੇ ਨੂੰ ਗਲਤ ਸ਼ਬਦ ਬੋਲਣਾ, ਤੂੰ ਮੈਂ ਕਰਨਾ। ਇਹਦਾ ਮੀਨਿੰਗ ਇਹ ਹੁੰਦਾ ਹੈ। Coming to the next idiom, it seems or it appears. It seems or it appears, ਇਹ ਲੱਗਦਾ ਹੈ। seem ਹੁੰਦਾ ਹੈ ਲੱਗਦਾ ਹੈ, appear ਵੀ ਦਾ ਮਤਲਬ ਵੀ ਇਹੀ ਹੁੰਦਾ ਹੈ ਕਿ ਇਸ ਤਰ੍ਹਾਂ ਲੱਗਦਾ ਹੈ। He is off his wits. He is off his wits. ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਸ ਦਾ off his wit. Now wit ਕੀ ਹੁੰਦੀ ਹੈ? ਜਦੋਂ ਕੋਈ ਕਿਸੇ ਗੱਲ ਦਾ ਫਟਾਫਟ ਜਵਾਬ ਦੇ ਦੇਵੇ ਤਾਂ ਅਸੀਂ ਕਹਿੰਦੇ ਹਾਂ ਬੜਾ ਵਿਟੀ ਹੈ ਨਾ। ਜਿਵੇਂ ਅਸੀਂ ਕਹਿੰਦੇ ਹਾਂ ਬੀਰਬਲ ਸੀ ਜਿਹੜਾ, he was very witty. ਉਹ witty ਸੀ, WITTY, ਯਾਨੀ ਕਿ ਹਾਜ਼ਰ ਜਵਾਬ ਸੀਗਾ।
ਉਹ ਬੜਾ ਦਿਮਾਗ ਵਾਲਾ ਸੀ, ਇੱਕਦਮ ਆਨਸਰ ਕਰ ਦਿੰਦਾ ਸੀ। ਤੇ ਜਦੋਂ ਅਸੀਂ ਕਹਿੰਦੇ off his wits ਮਤਲਬ ਉਹਦਾ ਦਿਮਾਗ ਖਰਾਬ ਹੋ ਗਿਆ, ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਹਦਾ ਦਿਮਾਗ ਖਰਾਬ ਹੋ ਗਿਆ ਹੈ। ਤਾਂ ਜਦੋਂ ਅਸੀਂ ਕਹਿਣਾ ਹੋਵੇ ਕਿ ਉਸਦਾ ਦਿਮਾਗ ਖਰਾਬ ਹੋ ਗਿਆ ਹੈ ਤਾਂ ਅਸੀਂ ਕਹਿ ਸਕਦੇ ਹਾਂ it seems ਮਤਲਬ ਇਸ ਤਰ੍ਹਾਂ ਲੱਗ ਰਿਹਾ ਹੈ। ਉਹਦੀ ਜਗ੍ਹਾ ਅਸੀਂ it appears ਵੀ ਕਹਿ ਸਕਦੇ ਹਾਂ, it appears he is off his wits। ਹੁਣ ਕੱਲ ਇੰਗਲਿਸ਼ ਕਲਾਸ ਵਿੱਚ ਬੱਚੇ ਪੁੱਛ ਰਹੇ ਸੀ off ਦਾ ਮੀਨਿੰਗ। off ਜਿਹੜਾ ਹੈ ਉਹ ਡਿਫਰੈਂਟ ਜਗ੍ਹਾ ਤੇ ਡਿਫਰੈਂਟ ਤਰੀਕੇ ਨਾਲ ਯੂਜ਼ ਹੁੰਦਾ ਹੈ। ਹੁਣ ਇੱਥੇ off ਦਾ ਮਤਲਬ ਕੀ ਹੈ, ਨੈਗੇਟਿਵ ਵਿੱਚ ਹੈ ਕਿ ਉਹ ਆਪਣੇ ਹੋਸ਼ ਵਿੱਚ, ਉਹਦੇ ਹੋਸ਼ ਟਿਕਾਣੇ ਤੇ ਨਹੀਂ ਹੈ। ਜਿਵੇਂ ਵਿਟੀ ਹੁੰਦਾ ਨਾ ਜਿਹੜਾ ਇੰਨੀ ਹੋਸ਼ ਵਿੱਚ ਹੋਵੇ ਕਿ ਮੈਂ ਕੀ ਜਵਾਬ ਦੇਣਾ ਹੈ, ਤੇ off ਮਤਲਬ ਉਹ ਨੈਗੇਟਿਵ ਫਾਰਮ ਚ ਹੈ ਕਿ ਇਸ ਤਰ੍ਹਾਂ ਲੱਗਦਾ ਹੈ ਉਹਦੇ ਹੋਸ਼ ਟਿਕਾਣੇ ਨਹੀਂ ਹੈ। it seems that he is off his wits। ਇੱਕ ਗੱਲ ਹੋਰ ਮੈਂ ਬੱਚਿਆਂ ਨੂੰ ਦੱਸਦਾ ਜਿਹੜੇ ਇਸ ਕੈਂਪ ਦੇ ਬੱਚੇ ਨੇ, ਕਿ ਜਿਹੜਾ OFF ਹੁੰਦਾ ਹੈ ਉਹਨੂੰ ਅਸੀਂ ਬੋਲਦੇ ਹਾਂ off, ਔਰ OF ਹੈ ਉਹਨੂੰ ਅਸੀਂ ਬੋਲਦੇ ਹਾਂ of, ਵਰਨਲ of, off, OF of, OFF off। Next, the shouts rent the sky, the shouts rent the sky। shouts ਕੀ ਹੋ ਗਈਆਂ, ਚੀਕਾਂ। ਇੱਥੇ ਕੀ ਮਤਲਬ ਹੈ, shouts ਮਤਲਬ ਨਾਰੇ। ਉਹਨਾਂ ਜਿਹੜੇ ਨਾਰੇ ਸੀਗੇ ਉਹਨਾਂ ਨੇ ਸਾਰਾ ਮਾਹੌਲ, ਆਪਾਂ ਕਹਿੰਦੇ ਨਾ ਕਿ ਗੂੰਜ ਗਿਆ ਸਾਰਾ ਮਾਹੌਲ, ਅਸਮਾਨ ਤੱਕ ਗੂੰਜ ਗਿਆ, ਨਾਰਿਆਂ ਨਾਲ ਪੂਰਾ ਅਸਮਾਨ ਗੂੰਜ ਗਿਆ। the shouts rent the sky, the shouts rent the sky means ਕਿ spread all over। ਉਹਨਾਂ ਦੇ ਜਿਹੜੇ ਸ਼ਾਊਟ ਸੀਗੇ, ਸ਼ਾਊਟ ਮਤਲਬ ਚੀਕਣਾ ਹੁੰਦਾ ਹੈ, ਇੱਥੇ ਸ਼ਾਊਟਸ ਅਸੀਂ ਕਿਹਦੇ ਲਈ ਯੂਜ਼ ਕਰ ਰਹੇ ਹਾਂ, ਨਾਰੇ। ਜਿਵੇਂ ਕਈ ਲੋਕ ਹੈ ਆਪਣੇ ਲੀਡਰ ਲਈ ਜਾਂ ਆਪਣੇ ਸਪੋਰਟਰਸ ਲਈ ਨਾਰੇ ਲਗਾਉਂਦੇ ਹੈ, ਤਾਂ ਇੰਨੀ ਉੱਚੀ ਨਾਰੇ ਸੀ that they spread all over means their shouts rent the sky। I praised him to the skies। one thing I want to share ਕਿ ਜਿਹੜੇ ਮੁਹਾਵਰੇ ਨੇ ਜਾਂ ਅਖਾਣ ਨੇ ਇਹ ਜਿਸ ਤਰ੍ਹਾਂ ਬਣੇ ਹੋਏ ਆ ਅਸੀਂ ਉਹਨਾਂ ਨੂੰ ਉਸੇ ਤਰ੍ਹਾਂ ਹੀ ਯੂਜ਼ ਕਰਦੇ ਆ। ਮਤਲਬ ਇੱਥੇ ਇਹ ਨਹੀਂ ਹੁੰਦਾ ਕਿ ਇੱਥੇ ਸਕਾਈ ਕਿਉਂ ਲੱਗਿਆ, ਇੱਥੇ ਸਕਾਈਜ਼ ਕਿਉਂ ਲੱਗਿਆ। ਜਿਹੜੇ ਮੁਹਾਵਰੇ ਜਿਸ ਤਰ੍ਹਾਂ ਬਣੇ ਹੁੰਦੇ ਆ ਸਾਨੂੰ ਉਸੇ ਤਰ੍ਹਾਂ ਹੀ ਯੂਜ਼ ਕਰਨੇ ਹੁੰਦੇ ਆ। I praised him, praise ਮਤਲਬ ਕਿਸੇ ਨੂੰ ਤਾਰੀਫ ਕਰਨਾ, ਅਪਲੋਡ ਕਰਨਾ, ਕਿਸੇ ਦੀ ਤਾਰੀਫ ਕਰਨੀ। I praised him to the skies। ਹੁਣ to the skies ਮਤਲਬ ਅਸਮਾਨਾਂ ਵੱਲ। ਤਾਂ ਇਹਦਾ ਕੀ ਮੀਨਿੰਗ ਹੋਇਆ ਕਿ ਮੈਂ ਉਹਦੀ ਤਾਰੀਫਾਂ ਦੇ ਪੁੱਲ ਬੰਨ ਦਿੱਤੇ, ਮੈਂ ਉਹਦੀਆਂ ਤਾਰੀਫਾਂ ਦੇ ਪੁੱਲ ਬੰਨ ਦਿੱਤੇ, ਮਤਲਬ ਇੰਨੀ ਜ਼ਿਆਦਾ ਤਾਰੀਫ ਕੀਤੀ। I praised him to the skies। nowadays, ਅੱਛਾ ਇੱਕ ਗੱਲ ਹੋਰ, nowadays ਹੈ ਜਿਹੜਾ ਉਹ ਪੂਰਾ ਇਕੱਠਾ ਆਉਂਦਾ, ਉਹਦੇ ਵਿੱਚ ਕੋਈ ਹਾਈਫਨ ਕੁਝ ਵੀ ਨਹੀਂ ਆਏਗਾ। nowadays your bread is buttered, nowadays your bread is buttered। ਅੱਜ ਕੱਲ ਤਾਂ ਤੁਹਾਡੀ ਬੜੀ, ਜਿਵੇਂ ਅਸੀਂ ਕਹਿੰਦੇ ਆ ਬੜੀ ਕਮਾਈਆਂ ਹੋ ਰਹੀਆਂ ਅੱਜ ਕੱਲ ਤਾਂ ਤੁਹਾਡੀ ਬੜੀ, ਜਿਵੇਂ bread is buttered ਇਹਦਾ ਮਤਲਬ ਵੀ ਤੁਹਾਡੇ ਬ੍ਰੈਡ ਦੇ ਉੱਤੇ ਬਹੁਤ ਬਟਰ ਲੱਗਿਆ ਹੋਇਆ ਹੈ ਨਾ। ਅੱਜ ਕੱਲ ਤਾਂ ਤੁਹਾਡੀ ਬੜੀਆਂ ਕਮਾਈਆਂ ਚੱਲ ਰਹੀਆਂ ਨੇ। ਜਿਵੇਂ ਅਸੀਂ ਕਹਿ ਸਕਦੇ ਹਾਂ ਲੋਕਡਾਊਨ ਦੇ ਵਿੱਚ ਜਿਹੜੇ ਕਿਰਿਆਨਾ ਸਟੋਰ ਵਾਲੇ ਹੈ their bread is buttered, ਤਾਂ ਉਹਨਾਂ ਦੀ ਬਹੁਤ ਕਮਾਈ ਹੋ ਰਹੀ ਹੈ, ਠੀਕ ਹੈ। so nowadays your bread is buttered। ਤਾਂ ਅੱਜ ਕੱਲ ਤੁਹਾਡੀਆਂ ਬਹੁਤ ਕਮਾਈਆਂ ਹੋ ਰਹੀਆਂ ਨੇ, ਤੁਹਾਡੀ ਤਾਂ ਬੜੀ, ਜਿਵੇਂ ਕਹਿ ਲਓ ਤੁਹਾਡੇ ਕੋਲ ਤਾਂ ਬੜਾ ਕੁਝ ਇਸ ਟਾਈਮ ਆ ਰਿਹਾ, ਜਿਵੇਂ ਅਸੀਂ ਕਹਿੰਦੇ ਨਾ ਕਿ ਬੜਾ ਵਧੀਆ ਟਾਈਮ ਚੱਲ ਰਿਹਾ ਤੁਹਾਡਾ। ਤਾਂ nowadays your bread is buttered। next, he is a jolly fellow, he is a jolly fellow। what does this mean? this means ਕਿ ਉਹ ਇੱਕ खुश मिजाज इंसान है, खुश मिजाज, ठीक है। जॉली फेलो मतलब जो हर चीज ਨੂੰ ਬੜਾ ਲਾਈਟਲੀ ਲੈਂਦਾ ਹੈ, ਹਰ ਚੀਜ਼ ਹਾਸੇ ਚ ਉਹਨੂੰ ਗੱਲ ਕਰੇਗਾ ਤਾਂ ਹੱਸਦਾ ਹੈ, ਜਾਂ ਉਹਦੇ ਨਾਲ ਕੋਈ ਮਜ਼ਾਕ ਕਰੋ ਫੀਲ ਨਹੀਂ ਕਰਦਾ, ਬੜਾ ਖੁਸ਼ ਮਿਜ਼ਾਜ ਕਿ ਹਮੇਸ਼ਾ ਖੁਸ਼ ਰਹਿਣ ਵਾਲਾ, ਤਾਂ ਅਸੀਂ ਉਹਨੂੰ ਕੀ ਕਵਾਂਗੇ, he is a jolly fellow। pack up your bag and baggage, pack up your bag and baggage।
वैसे बैग दा मतलब हुंदा है बैग जेड़ा असी कैरी करदे हां बैगेज हुंदा समान बट जदों असी इहनू ईडियम दे तौर ते यूज करदे हां तां इहदा मतलब हुंदा है बोरिया बिस्तरा अपना बोरिया बिस्तरा बन लो पैक अप योर बैग एंड बैगेज so I am going to repeat all of them in this world everyone wants to grind his own axe आजकल दे टाइम विच हर कोई अपना उल्लू सिद्धा करना चाहता है they exchanged hot words उन्हां दी तू मैं हो गई it seems it appears he is off his wits ऐदां लग रहा है कि उसका दिमाग खराब हो चुका है उहदे होश ठिकाने नहीं है the shouts rent the sky नारियां नाल सारा आसमान गूंज गया I praised him to the sky मैं उस दियां तारीफां दे पुल बन दिते nowadays your bread is buttered आजकल तां तुहाडी खूब कमाई हो रही है he is a jolly fellow वो बड़ा खुशनुमा खुश मिजाज इंसान है pack up your bag and baggage अपना बोरिया बिस्तरा बन लो turning to the next idiom we are poles apart we are poles apart ਹੁਣ poles ਕੀ ਹੁੰਦੇ ਆ ਇੱਕ ਹੁੰਦਾ ਨਾਰਥ ਪੋਲ ਇੱਕ ਸਾਊਥ ਪੋਲ ਜਿਹਨੂੰ ਅਸੀਂ ਕਹਿੰਦੇ ਨਾ ਇਹ ਧਰਤੀ ਦਾ ਇੱਕ ਉੱਤਰੀ ਸਿਰਾ ਉੱਤਰੀ ਧਰੁਵ ਇੱਕ ਦੱਖਣੀ ਧਰੁਵ ਤਾਂ ਉਹ ਹੁੰਦੇ ਆ poles ਨਾਰਥ ਪੋਲ ਸਾਊਥ ਪੋਲਸ ਤਾਂ ਜਦੋਂ ਅਸੀਂ ਕਹਿਣਾ ਹੋਵੇ ਕਿ ਕਿਸੇ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ poles apart ਜਿਵੇਂ ਅਸੀਂ ਕਹਿੰਦੇ ਆ ਉਹ ਹਸਬੈਂਡ ਵਾਈਫ ਹੈ ਇਹਨਾਂ ਦਾ ਨੇਚਰ ਤਾਂ ਜ਼ਮੀਨ ਆਸਮਾਨ ਦਾ ਫਰਕ ਹੈ ਤਾਂ ਅਸੀਂ ਕਹਾਂਗੇ they are poles apart ਤਾਂ ਇਸ ਤਰ੍ਹਾਂ ਜਦੋਂ ਅਸੀਂ ਕਹਿਣਾ ਹੋਵੇ ਜਿਵੇਂ ਮੈਂ ਔਰ ਮੇਰੀ ਸਿਸਟਰ ਸਾਡੇ ਦੋਨਾਂ ਦੇ ਨੇਚਰ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਤਾਂ ਅਸੀਂ ਕੀ ਕਵਾਂਗੇ we are poles apart we are poles apart you have given a long rope to this boy ਹੁਣ ਇਹਦਾ ਸ਼ਬਦਿਕ ਮੀਨਿੰਗ ਕੀ ਹੋਏਗਾ ਕਿ ਤੁਸੀਂ ਉਸ ਬॉय ਨੂੰ ਬਹੁਤ ਲੰਬੀ ਰੱਸੀ ਦਿੱਤੀ ਹੋਈ ਹੈ ਤੇ ਹੁਣ ਤੁਹਾਨੂੰ ਆਈਡੀਆ ਹੋ ਗਿਆ ਹੋਏਗਾ ਇਹਦਾ ਮਤਲਬ ਕੀ ਹੈ ਕਿ ਤੁਸੀਂ ਇਸ ਲੜਕੇ ਨੂੰ बहुत छूट देती हुई है you have given a long rope to this boy कि वो कुछ मर्जी करे तुसी उन्हां नू बड़ी खुल दित्ती हुई है you have given a long rope to this boy next nowadays mobile phones are selling like hotcakes now if we say something is selling like hotcakes that means कि वो बहुत ज्यादा बिक रही है इतनी ज्यादा बिक रही है कि जिवें कहंदे हैं ना कि ਜਿਵੇਂ ਹੌਟ ਕੇਕਸ ਹੁੰਦੇ ਆ ਜਿਸ ਤਰ੍ਹਾਂ ਉਹ ਬੜੇ ਪਸੰਦ ਕੀਤੇ ਜਾਂਦੇ ਆ ਤਾਂ ਨਾਊਅਡੇਜ਼ ਅੱਜ ਕੱਲ ਮੋਬਾਈਲ ਫੋਨਸ ਬਹੁਤ ਵਿਕ ਰਹੇ ਆ ਜਦੋਂ ਕੋਈ ਚੀਜ਼ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਵਿਕਰੀ ਹੋਵੇ ਤਾਂ ਉਹਦਾ ਈਡੀਅਮ ਕੀ ਹੁੰਦਾ ਹੈ ਕਿ that thing is selling like hot cakes nowadays mobile phones are selling like hot cakes he is making merry these days he is making merry these days now there is a word merry 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 ਇਹ merry ਦਾ ਮਤਲਬ ਹੁੰਦਾ ਹੈ ਖੁਸ਼ੀ ਜਿਵੇਂ ਕਹਿੰਦੇ ਆ ਨਾ ਕਿ ਅੱਜਕੱਲ ਤਾਂ ਉਹਦੇ ਜਿਵੇਂ ਬੜੀ ਵਧੀਆ ਜ਼ਿੰਦਗੀ ਚੱਲ ਰਹੀ ਹੈ ਬੜੀ ਖੁਸ਼ੀ ਮੌਜਾਂ ਚੱਲ ਰਹੀਆਂ ਨੇ ਮੌਜਾਂ yes exact word he is making merry these days ਅੱਜਕੱਲ ਤਾਂ ਉਹਦੀਆਂ ਮੌਜਾਂ ਚੱਲ ਰਹੀਆਂ ਨੇ ਤੇ ਇਹਦੀ ਜਗ੍ਹਾ ਅਸੀਂ ਇੱਕ ਹੋਰ ਵਰਡ ਵੀ ਯੂਜ਼ ਕਰ ਸਕਦੇ ਹਾਂ he is thriving these days thriving ਦਾ ਮਤਲਬ ਇਹੀ ਹੁੰਦਾ ਹੈ ਮੇਕਿੰਗ ਮੈਰੀ ਖੁਸ਼ੀ ਮਨਾਣਾ ਸੋ ਮੈਰੀ MARRY ਇਜ਼ ਮੈਰੀ ਜਿਹਦਾ ਮਤਲਬ ਹੁੰਦਾ ਹੈ ਸ਼ਾਦੀ ਕਰਨਾ ਵਿਆਹ ਕਰਨਾ ਬਟ ਮੈਰੀ MERRY ਮੈਰੀ ਮੀਨਸ ਖੁਸ਼ੀ he is making merry these days ਮਤਲਬ ਅੱਜ ਕੱਲ ਤਾਂ ਉਹਦੀਆਂ ਮੌਜਾਂ ਚਲਦੀਆਂ ਪਈਆਂ ਨੇ next she is on the right side of 40 she is on the right side of 40 ਇਹਦਾ ਮਤਲਬ ਹੈ ਉਹਦੀ ਉਮਰ 40 ਸਾਲ ਤੋਂ ਘੱਟ ਹੈ ਜਦੋਂ ਅਸੀਂ ਕਿਸੇ ਨੰਬਰ ਦੇ ਨਾਲ ਅਸੀਂ ਕਹਿੰਦੇ ਆ ਰਾਈਟ ਸਾਈਡ ਤਾਂ ਇਹਦਾ ਮਤਲਬ ਹੈ she is on the right side of 40 40 means 40 she is on the right side of 40 means ਉਹਦੀ ਉਮਰ 40 ਸਾਲ ਤੋਂ ਘੱਟ ਹੈ the thief was caught red-handed red-handed matlab lal hatha nal the thief was caught red-handed that means chor
रंगे हत्थी फड़िया गया। रेड हैंडेड मीन्स जदों कोई गलत काम कर रहा होवे, कोई क्राइम कर रहा होवे ते ओनू क्राइम करदे हुए फड़िया जावे, कोई जुर्म करदे हुए फड़िया जावे तां असीं ओनू कहंदे आ ना कि ओह रंगे हत्थी फड़िया गया। तां रंगे हत्थी मीन्स red handed. The thief was caught red handed. Was caught फड़िया गया, ये पैसिव वॉइस है। चोर रंगे हत्थी फड़िया गया। Next, the child is in his uncle's care. The child is in his uncle's care. बच्चा अपने अंकल, हुण इंग्लिश दे विच चाचा जी, मामा जी, ताया जी, फूफा जी सब नूं की किया जाता है? अंकल। The child is in his uncle's care means बच्चा अपने अंकल दी नजरां हेठ है, देख रेख हेठ है। बच्चा अपने अंकल दे देख रेख हेठ है, मतलब उन्हां दी निगरानी दे विच पल रहा है। The child is in his uncle's care. Care हुंदा है संभाल। Yes, very important. The station is within a stone's throw from my village. The station is within a stone's throw from my village. हुण within a stone's throw मतलब जिवें असीं कोई stone सुट्टिया वो किन्नी क दूर जाएगा? ज्यादा दूर नहीं जाएगा। It means ਇਹ ਜਿਹੜੀ station है वो मेरे पिंड तो ज्यादा दूर नहीं है, बड़ी नेड़े है। Within a stone's throw मतलब कि अगर मैं पत्थर सुट्टा हूं जिन्नी को दूर जाएगा उन्ना की, तो उन्होंने असी की कवांगे? The station is within a stone's throw from my village. जरा स्टेशन मेरे पिंड दे बहुत नेड़े है। So we are poles apart. असी एक दूसरे तो बिल्कुल अलग हाँ, जमीन आसमान दा फर्क है साडे। You have given a long rope to this boy. तुसी इस मुंडे नू बहुत छूट दिती हुई है, सिरे चढ़ा के रखा होया है। Appropriate word ਅਸੀਂ कह सकते हैं, सिरे चढ़ा के रखा होया है। Nowadays mobile phones are selling like hotcakes. आजकल मोबाइल फोन्स ਦੀ बहुत बिक्री हो रही है। He is making merry these days और he is thriving these days. आजकल ओदियां बहुत मौजां चल रही ने। She is on the right side of 40. ओदी उम्र 40 साल तो घट है। The thief was caught red-handed. चोर रंगे हथी फड़िया गया। The child is in his uncle's care. बच्चा अपने अंकल दी देखरेख विच है। The station is within a stone's throw from my village. Station मेरे पिंड तो बहुत थोड़ी दूरी ते है। And we are having a few more. दो तीन ही हो रहे हैं। The boy is in the good books of the principal. ਇਹ लड़का the boy principal ਦੀ ਨਜ਼ਰਾਂ ਦੇ ਵਿੱਚ ਚੜਿਆ ਹੋਇਆ ਹੈ। मतलब in the good books ਹੁੰਦਾ ਹੈ ਕਿ ਉਹਦੇ ਪ੍ਰਿੰਸੀਪਲ ਦੇ ਅੱਗੇ ਵਧੀਆ ਨੰਬਰ ਬਣੇ ਹੋਏ ਆ, ਜਿਹਨੂੰ ਅਸੀਂ ਕਹਿੰਦੇ ਆ ਨਾ the boy is in the good books of the principal. ਇਹ ਲੜਕਾ ਪ੍ਰਿੰਸੀਪਲ ਦੀਆਂ ਨਜ਼ਰਾਂ ਵਿੱਚ ਚੜਿਆ ਹੋਇਆ ਹੈ। he is an apple of my eye. ਇਹ ਬਹੁਤ ਯੂਜ਼ ਕੀਤਾ ਜਾਂਦਾ ਹੈ। he is an apple of my eye means ਉਹ ਮੇਰੀਆਂ ਅੱਖਾਂ ਦਾ ਤਾਰਾ ਹੈ। so apple of someone's eyes means he is an apple of my eye. ਉਹ ਮੇਰੀਆਂ ਅੱਖਾਂ ਦਾ ਤਾਰਾ ਹੈ। his words added fuel to the fire. ਇਹ ਅਸੀਂ ਪਹਿਲੇ ਵੀ ਕਰ ਚੁੱਕੇ ਹਾਂ ਇਸੇ ਕਲਾਸ ਦੇ ਵਿੱਚ। ਉਸਦੇ ਸ਼ਬਦਾਂ ਨੇ ਅੱਗ ਵਿੱਚ ਬਲਦੀ ਵਿੱਚ ਤੇਲ ਦਾ ਕੰਮ ਕੀਤਾ। ਮੁਹਾਵਰਾ ਅਸੀਂ ਪੰਜਾਬੀ ਚ ਪੜ੍ਹਦੇ ਹਾਂ ਨਾ ਕਿ ਬਲਦੀ ਉੱਤੇ ਤੇਲ ਪਾਣਾ, ਕਿਸੇ ਗੁੱਸੇ ਨੂੰ, ਕਿਸੇ ਸਕਫਲ ਨੂੰ ਹੋਰ ਜ਼ਿਆਦਾ ਭੜਕਾ ਦੇਣਾ। his words added fuel to the fire. ਉਸਦੇ ਸ਼ਬਦਾਂ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ। You will find a bad or rotten apple in every organization. ਤੁਹਾਨੂੰ ਹਰ ਸੰਸਥਾ ਦੇ ਵਿੱਚ ਕੋਈ ਭੈੜਾ ਵਿਅਕਤੀ ਮਿਲੇਗਾ, ਕੋਈ ਏਦਾਂ ਦਾ ਵਿਅਕਤੀ ਜਿਹੜਾ ਖੁਦ ਖਰਾਬ ਹੋਵੇ ਤੇ ਹੋਰਾਂ ਨੂੰ। rotten apple ਦੀ ਸਟੋਰੀ ਸਾਰਿਆਂ ਨੇ ਸੁਣੀ ਹੋਏਗੀ ਕਿ ਇੱਕ ਖਰਾਬ ਸੇਬ ਹੁੰਦਾ, ਉਹ ਸਾਰਿਆਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ। ਸੋ ਹਰ ਸੰਸਥਾ ਦੇ ਵਿੱਚ ਇੱਕ ਭੈੜਾ ਵਿਅਕਤੀ ਜ਼ਰੂਰ ਹੁੰਦਾ ਹੈ। You will find a bad or a rotten apple in every organization. So that's all for today. Thank you so much for having me in this class and giving me this opportunity. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਕੁਝ ਬੱਚਿਆਂ ਦੇ ਹੈਂਡ ਰੇਜ਼ ਹੋ ਰਹੇ ਨੇ, ਅਗਰ ਉਹ ਬੱਚੇ ਕੁਝ ਪੁੱਛਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਲਿਆ ਜਾਏਗਾ, ਕਿਉਂਕਿ ਸਾਡੇ ਕੋਲ ਥੋੜਾ ਹੀ ਸਮਾਂ ਬਚਿਆ ਹੈ। ਸੋ ਸਭ ਤੋਂ ਪਹਿਲਾਂ ਜਿਨ੍ਹਾਂ ਦਾ ਹੈਂਡ ਰੇਜ਼ ਹੈ, ਹਾਂਜੀ 9480 ਰੋਪੜ ਤੋਂ, ਆਪਣੀ ਵੀਡੀਓ ਸਟੂਡੈਂਟਸ ਔਨ ਕਰ ਲੈਣ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਮੈਂ ਜੀ ਮੇਰੀ ਕਾ ਆਵਾਜ਼ ਆ ਰਹੀ ਹੈ ਜੀ? ਖਾਲਸਾ। ਹਾਂਜੀ ਆ ਰਹੀ ਹੈ। ਹਾਂਜੀ ਮੈਮ, ਮੈਂ ਸੈਕੰਡ ਸੈਸ਼ਨ ਦੇ ਸੰਬੰਧ ਦੇ ਵਿੱਚ ਗੱਲ ਕਰਨੀ ਆ ਵੀ ਜਿਸ ਤਰ੍ਹਾਂ ਵੀ ਆਪਾਂ ਕਹਿੰਦੇ ਵੀ ਪਹਿਲਾਂ ਫਿਰ ਬੋਲੋ, ਵੀ ਮਤਲਬ ਜੋ ਵੀ ਆਪਾਂ ਪਹਿਲਾਂ ਆਪਾਂ ਨੂੰ ਸੋਚ ਕੇ ਬੋਲਣਾ ਚਾਹੀਦਾ। ਇਸ ਲਈ ਵੀ ਇਸੇ ਤਰ੍ਹਾਂ ਵੀ ਜੋ ਵੀ ਆਪਾਂ ਕੰਮ ਕਰਨੇ ਉਸ ਤੋਂ ਪਹਿਲਾਂ ਆਪਾਂ ਸੋਚਣਾ ਚਾਹੀਦਾ ਕਿ ਅਸੀਂ ਕੀ ਕਰ ਰਹੇ ਹਾਂ, ਤੇ ਬਾਅਦ ਵਿੱਚ ਸਾਨੂੰ ਪਛਤਾਵਾ ਨਾ ਹੋਏ। ਐਸਾ ਕੰਮ ਮੂਲੇ ਜਿਤ ਅੰਤ ਪਛਤਾਈ ਹੈ, ਵੀ ਸਾਨੂੰ ਇਹੋ ਜਿਹਾ ਕੰਮ ਨਹੀਂ ਕਰਨਾ ਹੈ ਜਿਸ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਐਸਾ ਕੰਮ ਮੁਲੇ ਨਾ ਕੀਚੈ। ਤਸਲੀਮ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੋਲੋ ਜੀ। ਵਾਹਿਗੁਰੂ ਜੀ, ਹਾਂਜੀ ਬੋਲੋ ਜੀ, ਬੋਲੋ ਮੇਰੀ ਆਵਾਜ਼ ਆ ਰਹੀ ਹੈ ਜੀ? ਜੀ, ਆ ਰਹੀ ਹੈ। ਹਾਂਜੀ ਮੈਮ, ਮੈਂ ਕਹਿਣਾ ਚਾਹੁੰਦੀ ਸੀ ਜਿਵੇਂ ਮੈਮ ਨੇ ਦੱਸਿਆ ਆਫ ਤੇ ਆਫ ਦੇ ਬਾਰੇ। ਐਮ ਇਲੈਕਟਿਵ ਇੰਗਲਿਸ਼ ਸਟੂਡੈਂਟ, ਤੇ ਮੈਂ ਦੱਸਣਾ ਚਾਹੁੰਦੀ ਸੀ ਕਿ ਕਈ ਬੱਚੇ ਵੱਟ ਤੇ ਵੇਅਰ ਨੂੰ ਬੜਾ ਘਰੋੜ ਕੇ ਬੋਲਦੇ ਏਦਾਂ, ਬਟ ਵੱਟ ਤੇ ਵੇਅਰ ਵਿੱਚ ਅਸੀਂ ਲਿਪਸ ਨੂੰ ਰਾਉਂਡ ਕਰਕੇ ਬੋਲਦੇ ਵੱਟ ਵੇਅਰ। ਜਿਹੜਾ ਵੀ ਸਾਊਂਡ ਕਰਦਾ ਹੈ ਉਹਦੇ ਨਾਲ ਉਹਨੂੰ ਆਪਾਂ ਵ ਨਾਲ ਬੋਲਦੇ ਹਾਂ। ਇੱਕ ਨਾਲੇ ਮੇਰਾ ਕੁਐਸਚਨ ਸੀ ਮੈਮ ਨੂੰ ਕਿ ਨਾਓ ਡੇਜ਼ ਯੋਰ ਬ੍ਰੈਡ ਇਜ਼ ਬਟਰਡ, ਇਹਨੂੰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ ਕਿ 5 ਉਂਗਲੀਆਂ घी में और सर कढ़ाई में। ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਐਪਰੋਪ੍ਰੀਏਟ ਹੈ ਕਿ ਅੱਜ ਕੱਲ ਉਹਦੀਆਂ ਪੰਜੋਂ ਵੀ ਇੰਨਾ ਕਮਾਈ ਹੋ ਰਹੀ ਹੈ, ਉਹਦੀ ਇੰਨੀ ਕੁ ਵਧੀਆ ਸਿਚੁਏਸ਼ਨ ਚੱਲ ਰਹੀ ਹੈ ਕਿ ਉਹਦਾ 5 ਉਂਗਲੀਆਂ ਘਿਓ ਚ ਤੇ ਸਿਰ ਕੜਾਈ। ਬਿਲਕੁਲ ਐਪਰੋਪ੍ਰੀਏਟ ਹੈ, ਕਹਿ ਸਕਦੇ ਹਾਂ ਜੀ। ਹਾਂਜੀ, ਥੈਂਕ ਯੂ ਮੈਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਹਾਂਜੀ, EPP ਨੰਬਰ 11169। ਅੱਛਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਮੇਰਾ ਮੈਮ ਨੂੰ ਕੁਐਸਚਨ ਸੀ ਕਿ ਜੋ ਆਰਗੇਨਾਈਜੇਸ਼ਨ ਹੈ ਤਾਂ ਉਹਦਾ ਇੱਕ ਹੁੰਦਾ Z ਨਾਲ, ਇੱਕ ਹੁੰਦਾ S ਨਾਲ, ਤਾਂ ਉਹਨਾਂ 'ਚ ਕੀ ਡਿਫਰੈਂਸ ਆ? ਬੇਟਾ ਬੋਥ ਆਰ ਕਰੈਕਟ, ਦੋਨੋਂ ਲਿਖ ਸਕਦੇ ਹੋ। ਤੇ ਐਂਡ ਮੈਮ ਜੋ ਉਹਨਾਂ ਦਾ ਮੀਨਿੰਗ ਹੈ ਉਹ ਵੀ ਸੇਮ ਹੀ ਹੈ ਜੀ? ਬਿਲਕੁਲ ਸੇਮ ਹੈ ਜੀ, ਬਿਲਕੁਲ ਸੇਮ ਹੈ। ਤੁਸੀਂ Okay, ਆਰਗੇਨਾਈਜ਼ ਨੂੰ Z ਨਾਲ ਵੀ ਲਿਖ ਸਕਦੇ ਹੋ, S ਨਾਲ ਵੀ ਲਿਖ ਸਕਦੇ ਹੋ। ਬੋਥ ਆਰ ਕਰੈਕਟ, ਬੋਥ ਆਰ ਹੈਵਿੰਗ ਸੇਮ ਮੀਨਿੰਗ। ਓਕੇ ਮੈਮ। ਐਂਡ ਜੋ ਸੈਕੰਡ ਟੌਪਿਕ ਹੈ ਉਹਦੇ ਨਾਲ ਰਿਲੇਟਡ ਮੈਂ ਬੋਲਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਦੱਸਿਆ ਕਿ ਆਪਾਂ ਨੂੰ ਜੋ ਕ੍ਰੀਏਟੀਵਿਟੀ ਹੈ, ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਹੈ ਕਿ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਇਹ ਤਿੰਨਾਂ ਦੇ ਨਾਲ ਨਾਲ ਆਪਾਂ ਜੋ ਸਟੂਡੈਂਟਸ ਹਾਂ ਤੇ ਆਪਣਾ ਸਭ ਤੋਂ ਉਦੋਂ ਪਹਿਲਾਂ ਜਦ ਗੁਰੂ ਸਾਹਿਬ ਜੀ ਹੁਕਮ ਕਰਦੇ ਨੇ, ਇਹਨਾਂ ਤੋਂ ਬਾਅਦ ਫਿਰ ਆਪਣੀ ਸਟੱਡੀ ਆਉਂਦੀ ਹੈ। ਆਪਾਂ ਨੂੰ ਕੀ ਹੈ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਨਾਲ ਨਾਲ ਜੋ ਆਪਣੀ ਸਟੱਡੀ ਹੈ, ਆਪਣੀ ਕਿਰਤ ਇਹੀ ਹੈ ਕਿ ਆਪਾਂ ਸਟੱਡੀ ਕਰਨੀ ਹੈ ਤੇ ਨਾਲ ਨਾਲ ਆਪਾਂ ਚੰਗੇ ਨੰਬਰ ਲਿਆਣੇ ਆ ਤੇ ਆਪਾਂ ਗੁਰਸਿੱਖ ਡਾਕਟਰ, ਗੁਰਸਿੱਖ ਜੱਜ ਬਣੀਏ ਤੇ ਆਪਾਂ ਜੋ ਆਪਣੀ ਸਿੱਖ ਕੌਮ ਹੈ ਉਹਦਾ ਨਾਮ ਰੌਸ਼ਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਜੀ। 15472। ਹਾਂਜੀ, ਆਪਣੇ ਮਾਈਕ ਨੂੰ ਅਨਮਿਊਟ ਕਰੋ ਜੀ। ਹਾਂਜੀ ਬੋਲੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂਜੀ, ਮੈਂ ਕਹਿਣਾ ਚਾਹੁੰਦੀ ਸੀ ਕਿ ਸਿੱਖ ਧਰਮ ਵਿੱਚ ਜਿਵੇਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਮੈਂ ਕਹਿਣਾ ਚਾਹੁੰਦੀ ਸੀ ਕਿ ਕਿਰਤ ਕਰੋ, ਕਿਰਤ ਕਰੋ। ਅਸੀਂ ਕਿਰਤ ਆਪਣੀ ਇਮਾਨਦਾਰੀ ਅਤੇ ਆਪਣੀ ਮਿਹਨਤ ਦੇ ਨਾਲ ਕਰਨੀ ਹੈ, ਅਤੇ ਜੋ ਸਟੂਡੈਂਟਸ ਨੇ ਉਹਨਾਂ ਦੇ ਲਈ ਕਿਰਤ ਉਹਨਾਂ ਦੀ ਸਟੱਡੀ ਹੈ। ਇਸ ਲਈ ਅਸੀਂ ਆਪਣੀ ਸਟੱਡੀ ਨੂੰ ਆਪਣੀ ਮਿਹਨਤ ਅਤੇ ਆਪਣੀ ਇਮਾਨਦਾਰੀ ਨਾਲ ਕਰੀਏ। ਅਤੇ ਨਾਮ ਜਪੋ, ਅਸੀਂ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਤਾਂ ਜੋ ਅਸੀਂ ਵਾਹਿਗੁਰੂ ਜੀ ਦੇ ਨਾਲ ਜੁੜ ਸਕੀਏ। ਅਤੇ ਵੰਡ ਛਕੋ, ਅਸੀਂ ਵੰਡ ਛਕੋ, ਅਸੀਂ ਜੋ ਸਾਡੇ ਗੁੱਡ ਥਾਟਸ ਨੇ, ਸਾਡੇ ਵਿੱਚ ਚੰਗੇ ਗੁਣ ਨੇ, ਉਹ ਦੂਸਰਿਆਂ ਦੇ ਨਾਲ ਸ਼ੇਅਰ ਕਰਨੇ ਹਨ ਅਤੇ ਉਸਦਾ ਵੀ ਵੰਡ ਛਕਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਹਾਂਜੀ, EPP ਨੰਬਰ 11255। ਹਾਂਜੀ, ਆਪਣੇ ਮਾਈਕ ਨੂੰ ਅਨਮਿਊਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਮ ਕੁਲਵੰਤ ਮੈਮ ਤੋਂ ਕੁਐਸਚਨ ਪੁੱਛਣਾ ਸੀ ਜੀ। ਹਾਂਜੀ ਮੈਮ ਆਫ ਹਿਸ ਵਿਟਸ ਏਡੀਅਮ ਦੀ ਪੰਜਾਬੀ ਦੱਸ ਦਿਓ।
ऑफ हिज विट्स ਦਾ ਮਤਲਬ ਹੈ ਕਿ ਉਹਦੇ ਹੋਸ਼ ਟਿਕਾਣੇ ਤੇ ਨਹੀਂ ਹੈ। ਆਪਾਂ ਕਹਿੰਦੇ ਤੇਰੇ ਹੋਸ਼ ਟਿਕਾਣੇ ਤੇ ਹੈ। ਆਰ ਯੂ ਆਫ ਯੋਰ ਵਿਟਸ? ਹੋਸ਼ ਟਿਕਾਣੇ ਤੇ। Rent the sky. ਸੌਰੀ, Rent the sky. ਰੈਂਟ ਦ ਸਕਾਈ ਦਾ ਮਤਲਬ ਹੁੰਦਾ ਹੈ ਪੂਰਾ ਅਸਮਾਨ ਗੂੰਜ ਗਿਆ। ਦ ਸ਼ਾਊਟਸ ਜਿਹੜੇ ਹੈ ਸ਼ਾਊਟਸ ਦੇ ਨਾਲ ਪੂਰਾ ਅਸਮਾਨ ਗੂੰਜ ਗਿਆ। Okay, ma'am. ਠੀਕ ਹੈ। Thank you. ईपीपी नंबर 10306 मोगा तो हाँ जी, अपने माइक ਨੂੰ ਅਨਮਿਊਟ ਕਰੋ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ ਮੇਰਾ ਕੁਐਸਚਨ ਕੁਲਵੰਤ ਮੈਮ ਨੂੰ ਸੀ, ਜਿਹੜਾ ਫਿਊਲ ਆਫ ਫਾਇਰ ਹੈ ਉਹ ਆਪਾਂ ਏਦਾਂ ਲਿਖ ਸਕਦੇ ਆਂਗੇ, ਮੈਂ ਤਾਂ ਅੱਗ ਹੀ ਲਾਈ ਸੀ ਭਾਂਬੜ ਪਤਾ ਨਹੀਂ ਕੌਣ ਕੱਢ ਗਿਆ। ਹਾਂਜੀ ਮੈਮ ਜਿਹੜਾ ਇਹ ਫਿਊਲ ਆਫ ਦਾ ਫਾਇਰ ਮੈਮ ਮੈਨੂੰ ਆਪਾਂ ਏਦਾਂ ਲਿਖ ਸਕਦੇ ਆ, ਮੈਂ ਤਾਂ ਅੱਗ ਹੀ ਲਾਈ ਸੀ ਭਾਂਬੜ ਪਤਾ ਨਹੀਂ ਕੌਣ ਕੱਢ ਗਿਆ। ਬੱਚੇ ਮੈਨੂੰ ਨਾ ਤੁਹਾਡੀ ਗੱਲ ਸਮਝ ਨਹੀਂ ਆ ਰਹੀ। ਆਈ ਐਮ ਨਾਟ ਗੈਟਿੰਗ ਯੂ। ਕਲੀਅਰ ਬੋਲੋ ਥੋੜਾ ਜਿਹਾ। ਮੈਮ ਮੈਂ ਏਦਾਂ ਕਹਿ ਰਹੀ ਸੀ ਕਿ ਜਿਹੜਾ ਇਹ ਹੈ ਫਿਊਲ ਆਫ ਦਾ ਫਾਇਰ ਇਹਨੂੰ ਆਪਾਂ ਏਦਾਂ ਲਿਖ ਸਕਦੇ ਆ ਕਿ ਮੈਂ ਤਾਂ ਅੱਗ ਹੀ ਲਾਈ ਸੀ ਭਾਂਬੜ ਪਤਾ ਨਹੀਂ ਕੌਣ ਕੱਢ ਗਿਆ। ਹਾਂ ਬਿਲਕੁਲ ਕਹਿ ਸਕਦੇ ਆ। ਐਡਿੰਗ ਫਿਊਲ ਟੂ ਦਾ ਫਾਇਰ ਹੁੰਦਾ ਹੈ ਬਲਦੀ ਉੱਤੇ ਤੇਲ ਪਾਣਾ। ਮੰਨ ਲੈ ਕੋਈ ਚੀਜ਼, ਕੋਈ ਲੜਾਈ ਹੋ ਰਹੀ ਹੈ ਤੇ ਉਹਨੂੰ ਆਪਾਂ ਕਹਿੰਦੇ ਨਾ ਹਾਂ ਤੂੰ ਬਿਲਕੁਲ ਠੀਕ ਕਹਿ ਰਹੀ ਹੈ, ਇਹਨੂੰ ਏਦਾਂ ਬੋਲ, ਹੋਰ ਬੋਲ, ਇਹ ਹੈ ਹੀ ਏਦਾਂ ਦੀ। ਤਾਂ ਅਸੀਂ ਕੀ ਕਰ ਰਹੇ ਹਾਂ? ਵੀ ਆਰ ਐਡਿੰਗ ਫਿਊਲ ਟੂ ਦਾ ਫਾਇਰ। ਅਸੀਂ ਅੱਗ ਦੇ ਫਿਊਲ ਹੁੰਦਾ ਹੈ ਬਾਲਣ, ਤੇ ਅਸੀਂ ਫਾਇਰ ਦੇ ਵਿੱਚ ਹੋਰ ਬਾਲਣ ਪਾਈ ਜਾਵਾਂਗੇ, ਅੱਗ ਹੋਰ ਭੜਕੀ ਜਾਏਗੀ ਨਾ। ਸੋ ਫਿਊਲ ਟੂ ਦਾ ਫਾਇਰ ਦਾ ਮਤਲਬ ਹੁੰਦਾ ਹੈ ਅੱਗ ਨੂੰ ਹੋਰ ਭੜਕਾਣਾ, ਲੜਾਈ ਨੂੰ ਹੋਰ ਹਵਾ ਦੇਣਾ ਕਿ ਹੋਰ ਜ਼ਿਆਦਾ ਵੱਧ ਜਾਏ। ਕਿਸੇ ਦੇ ਵਿੱਚ ਸਫਲ ਹੋ ਰਿਹਾ ਤੇ ਹੋਰ ਜ਼ਿਆਦਾ ਵੱਧ ਜਾਏ। ਓਕੇ ਮੈਮ। ਹਾਂਜੀ। ईपीपी 13830 अर्शदीप कौर, अपने माइक ਨੂੰ ਅਨਮਿਊਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸਾਨੂੰ ਕੋਈ ਮੰਮਾ ਪੜ੍ਹ ਲਓ। ਅਸੀਂ ਕਹਿੰਦੇ ਮੰਮਾ ਬਾਅਦ ਵਿੱਚ ਪੜ੍ਹ ਲਾਂਗੇ। ਜਦ ਸਕੂਲ ਜਾ ਕੇ ਮੈਮ ਕਹਿੰਦੇ ਬੱਚੇ ਟੈਸਟ ਪ੍ਰਪੇਅਰ ਕਰਕੇ ਆਏ ਹੋ ਮੈਮ, ਫਿਰ ਸਾਨੂੰ ਪਿੱਛੇ ਮੁੜ ਕੇ ਪਛਤਾਵਾ ਹੁੰਦਾ ਰਹਿੰਦਾ। ਫਿਰ ਸਾਨੂੰ ਇਹ ਦਿਨ ਮੁੜ ਕੇ ਕਦੇ ਨਹੀਂ ਸੀ ਵੇਖ ਪੈਣਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਵਧੀਆ ਜੀ। ਬਸ ਇੱਕ ਲਾਸਟ ਸਟੂਡੈਂਟ ਅਸੀਂ ਲਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਮੇਰਾ ਕੁਐਸਚਨ ਕੁਲਵੰਤ ਮੈਮ ਤੋਂ ਆ, ਦ ਸ਼ਾਰਟਸ ਰੈਂਟ ਦ ਸਕਾਈ ਦੀ ਮੀਨਿੰਗ ਕੀ ਆ? ਸ਼ਾਊਟਸ ਨੇ, ਨਾਰਿਆਂ ਨੇ। ਦੇਖੋ ਬੱਚੇ ਕੀ ਹੁੰਦਾ ਹੈ ਜਦੋਂ ਕੋਈ ਲੀਡਰ ਆਂਦਾ ਹੈ, ਲੋਕੀ ਨਾਰੇ ਨਹੀਂ ਲਗਾਉਂਦੇ, ਨਾਰੇ ਲਗਾਉਂਦੇ, ਨਾਰੇ ਸਮਝਦੇ ਹੋ ਨਾ, ਹੈ ਨਾ ਨਾਰੇ ਲਗਾਣਾ। ਉਹ ਨਾਰੇ ਉਹਨਾਂ ਨੇ ਇੰਨੀ ਉੱਚੀ ਲਗਾਏ ਕਿ ਪੂਰਾ ਅਸਮਾਨ ਗੂੰਜ ਗਿਆ। ਸਮਝ ਗਏ? ਨਾਰਿਆਂ ਨਾਲ ਸਾਰਾ ਅਸਮਾਨ ਗੂੰਜ ਗਿਆ, ਇੰਨੇ ਉੱਚੀ ਉੱਚੀ ਨਾਰੇ ਲਗਾਏ ਗਏ। ਠੀਕ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਅੱਜ ਸਾਰਿਆਂ ਨੇ ਸੈਸ਼ਨਸ ਲਏ ਨੇ। ਅਮਰਿਤਪ੍ਰੀਤ ਕੌਰ ਜੀ, ਉਸ ਤੋਂ ਪਹਿਲਾਂ ਲੁਧਿਆਣੇ ਤੋਂ ਈਪੀਪੀ ਸਟੂਡੈਂਟ ਸਨ ਜੀ, ਵੀਰ ਸਰਬਜੀਤ ਸਿੰਘ ਜੀ ਦੇ, ਤੇ ਨਾਲ ਮੈਮ ਕੁਲਵੰਤ ਕੌਰ ਜੀ। ਸਭ ਦਾ ਬਹੁਤ ਬਹੁਤ ਧੰਨਵਾਦ। ਔਰ ਸਾਰੇ ਸਟੂਡੈਂਟਸ ਦਾ ਜਿਨ੍ਹਾਂ ਨੇ ਜੁਆਇਨ ਕੀਤਾ ਤੇ ਇੰਨੀ ਵਧੀਆ ਨੌਲੇਜ ਤੁਸੀਂ ਸਾਰਿਆਂ ਨੇ ਲਈ ਹੈ। ਸੋ ਕੱਲ ਨੂੰ ਅਸੀਂ ਮਿਲਾਂਗੇ। ਕੱਲ ਦਾ ਟੌਪਿਕ ਬੜਾ ਹੀ ਇੰਟਰਸਟਿੰਗ ਟੌਪਿਕ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੜੇ ਸਾਰੇ ਐਸੇ ਸ਼ਬਦ ਆਏ ਨੇ ਜੋ ਕਿ ਪੁਰਾਤਨ ਨੇ, ਮਤਲਬ ਪੁਰਾਤਨ ਉਹਨਾਂ ਚੀਜ਼ਾਂ ਨੇ। ਕੱਲ ਭੈਣ ਜੀ ਰਮੀਤ ਕੌਰ ਜੀ ਉਹਨਾਂ ਨੇ ਸੈਸ਼ਨ ਲੈਣਾ ਜਿਹਦੇ ਵਿੱਚ ਜੋ ਪੁਰਾਤਨ ਸ਼ਬਦ ਗੁਰਬਾਣੀ ਦੇ ਵਿੱਚ ਆਏ ਨੇ ਉਹਨਾਂ ਦੀ ਕੁਝ ਵੀਡੀਓ ਸਾਨੂੰ ਦਿਖਾਣਗੇ, ਉਹਨਾਂ ਦੀਆਂ ਫੋਟੋਗ੍ਰਾਫਸ, ਤੇ ਉਹ ਸ਼ਬਦ ਕਿੱਥੇ ਕਿੱਥੇ ਯੂਜ਼ ਹੋਇਆ ਹੈ ਉਹ ਸਾਨੂੰ ਕੱਲ ਸਾਡੇ ਨਾਲ ਸ਼ੇਅਰ ਕਰਨਗੇ ਜੀ। ਸੋ ਜ਼ਰੂਰ ਸਾਰਿਆਂ ਨੇ 4 ਵਜੇ ਪੂਰੇ ਟਾਈਮ ਤੇ ਜੁਆਇਨ ਕਰਨਾ ਜੀ। ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।